ਨ ਸੀਸਾ ਬੰਦੋ ਬਾਰ 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 ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਕੀ ਫਤਿਹ ਹੈ ਬਿਘਨ ਬਿਘਨ ਬਿਨਾਸਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਤਿਕ ਦਿਵਸ ਰਹਿ ਕਰ ਤੇ ਥਾਨਾ 380 ਉਪਦੇਸ਼ ਬਖਾਨਾ। ਵਿਦਾ ਹੋਏ ਕੀਨੋ ਪੁਨ ਗਵਨੰ ਭਦਰ ਖੰਡ ਪਹੁੰਚੇ ਗੁਣ ਭਵਨੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਦਿਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਇਕੱਤਰ ਹੋ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇਹ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਹੈ। ਜਿਹੜਾ ਕੋਈ ਮਾਈ ਭਾਈ ਅਦਬ ਸਹਿਤ ਪ੍ਰੇਮ ਸਹਿਤ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਨੂੰ ਕਥਨ ਕਰਦਾ ਜਾਂ ਸੁਣਦਾ ਹੈ, ਇਸ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਹੁੰਦੀਆਂ, ਸਤਿਗੁਰਾਂ ਦੀ ਪ੍ਰਸੰਨਤਾ ਹੁੰਦੀ ਹੈ। ਔਰ ਜਿਸ ਤੇ ਗੁਰੂ ਪ੍ਰਸੰਨ ਹੋ ਜੇ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ 9 ਖੰਡ ਧਰਤੀ ਦਾ ਚੱਕਰ ਲਾ ਰਹੇ ਨੇ। ਚਲਦਿਆਂ ਚਲਦਿਆਂ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਖੰਡ 'ਚ ਐਸੇ ਖੰਡ ਵਿੱਚ ਆਏ ਨੇ, ਕੁਰੂ ਖੰਡ ਹੈ। ਇੱਥੇ ਦਾ ਰਾਜਾ ਧਰਮੀ ਰਾਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਸ ਨੂੰ ਉਪਦੇਸ਼ ਦੇ ਕੇ ਬਹੁਤ ਸਾਰੇ ਨਗਰਾਂ ਦੇ ਵਿੱਚ ਪਾਤਸ਼ਾਹ ਜੀ ਉਪਦੇਸ਼ ਦਿੰਦੇ, ਨਾਮ ਜਪੋ, ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰੋ, ਨਿਤਨੇਮ ਕਰੋ, ਬਾਣੀ ਪੜ੍ਹੋ, ਭਜਨ ਕਰੋ, ਸਤ ਸੰਗਤ ਕਰੋ, ਭਲੇ ਕਰਮਾਂ ਵਿੱਚ ਪ੍ਰਵਿਰਤ ਹੋਵੋ। ਇਹ ਪਵਿੱਤਰ ਪਾਵਨ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਦੇ ਨੇ। ਇੱਕ ਨਗਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਜੇ ਹਨ। ਕੇਤਮਾਲ ਇਹਦਾ ਨਾਮ ਹੈ। ਇੱਥੋਂ ਦਾ ਰਾਜਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਹੈ। ਸੰਤ ਸੇਵੀ ਬਿਰਤੀ ਰੱਖਦਾ ਹੈ। ਸਤਿਗੁਰੂ ਜੀ ਨੂੰ ਪੁੱਛਦਾ, ਮਹਾਰਾਜ 4 ਆਸ਼ਰਮਾਂ 'ਚੋਂ ਉੱਤਮ ਆਸ਼ਰਮ ਕਿਹੜਾ ਹੈ? ਬ੍ਰਹਮਚਰਜ ਆਸ਼ਰਮ ਹੈ, ਗ੍ਰਸਥ ਆਸ਼ਰਮ ਹੈ, ਵਾਨਪ੍ਰਸਥ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ। 4 ਆਸ਼ਰਮਾਂ ਵਿੱਚੋਂ ਸਭ ਤੋਂ ਉੱਤਮ ਆਸ਼ਰਮ ਕਿਹੜਾ ਹੈ? ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਕੇ ਦੱਸ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਜਿਵੇਂ ਕਥਨ ਹੈ, ਉਹ ਕਹਿੰਦੇ, ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬੜੋ, ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ। ਪੰਛੀਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰ ਦੂਲ ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ।
ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਹੀ ਬਚਨਾਂ ਦੀ ਵਿਆਖਿਆ ਕੀਤੀ ਹੈ। ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਤਿਕ ਦਿਵਸ ਰਹਿ ਕਰਤੇ ਥਾਨਾ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਨਗਰ ਵਿੱਚ ਰਹੇ, ਉਹਨਾਂ ਜੀਵਾਂ ਦੀ ਕਲਿਆਣ ਕੀਤੀ। 380 ਉਪਦੇਸ਼ ਬਖਾਨਾ। ਇਹਨਾਂ ਨੂੰ ਐਸਾ ਪਵਿੱਤਰ ਪਾਵਨ ਉਪਦੇਸ਼ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਵਿਦਾ ਹੋਏ ਕੀਨੋ ਪੁਨ ਗਵਨੰ। ਵਿਦਾ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਚਾਲਾ ਮਾਰਿਆ। ਭਦਰਖੰਡ ਪਹੁੰਚੇ ਗੁਣ ਭਵਨੰ। ਚੱਲ ਕੇ ਪਾਤਸ਼ਾਹ ਜੀ ਭਦਰ ਖੰਡ ਆਏ ਹਨ। 9 ਖੰਡਾਂ ਵਿੱਚੋਂ ਇੱਕ ਖੰਡ ਭਦਰ ਖੰਡ ਹੈ। ਭਦਰ ਖੰਡ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ। ਤੇ ਨ੍ਰਿਪ ਸੁਨਿਓ ਸੰਤਪੁਰ ਆਏ। ਭਦਰ ਖੰਡ ਦਾ ਜਿਹੜਾ ਰਾਜਾ ਸੀ, ਧਰਮੀ ਰਾਜਾ ਸੀ, ਸੁਣ ਕੇ ਮਹਾਰਾਜ ਜੀ ਦੀ ਆਮਦ, ਇਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ। ਮਿਲਿਓ ਆਨ ਕਰ ਸੀਸ ਝੁਕਾਏ। ਆ ਕੇ ਸਤਿਗੁਰੂ ਜੀ ਨੂੰ ਮਿਲਿਆ, ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾ ਕੇ ਗੁਰੂ ਚਰਨਾਂ ਵਿੱਚ ਬੰਦਨਾ ਕਰਕੇ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਮਿਲਿਆ। ਬੰਦ ਹੱਥ ਦੁਐ ਬੈਠ ਸਮੀਪਾ। ਦੋਵੇਂ ਹੱਥ ਬੰਨ ਕੇ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠ ਗਿਆ। ਬੋਲਿਓ ਕੌਲ ਨਾਭ ਅਵਨੀਪਾ। ਇਸ ਰਾਜੇ ਦਾ ਨਾਮ ਹੈ ਰਾਜਾ ਕੌਲ ਨਾਭ। ਰਾਜਾ ਕੌਲ ਨਾਭ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਆਸ਼ਰਮ 4 ਲਿਖੇ ਜੋ ਆਹੀ। ਮਹਾਰਾਜ ਜੀ 4 ਆਸ਼ਰਮ ਲਿਖੇ ਨੇ ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ। ਸ੍ਰੇਸ਼ਟ ਕੌਣ ਕਹੋ ਇਸ ਮਾਹੀ। ਆਪ ਜੀ ਕਿਰਪਾ ਕਰਕੇ ਦੱਸੋ ਵੀ 4 ਆਸ਼ਰਮਾਂ ਚੋਂ ਸ੍ਰੇਸ਼ਟ ਆਸ਼ਰਮ ਕਿਹੜਾ ਹੈ। 4 ਆਸ਼ਰਮ ਨੇ, ਜਿਵੇਂ ਬ੍ਰਹਮਚਰਜ ਹੈ, ਇਸੇ ਤਰ੍ਹਾਂ ਗ੍ਰਸਥ ਆਸ਼ਰਮ ਹੈ, ਫਿਰ ਬਾਨਪ੍ਰਸਥ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ। ਮਹਾਰਾਜ ਜੀ ਨਾਲ 4 ਆਸ਼ਰਮਾਂ ਵਿੱਚੋਂ ਤੁਹਾਡੀ ਦ੍ਰਿਸ਼ਟੀ ਵਿੱਚ ਸਭ ਤੋਂ ਉੱਤਮ ਆਸ਼ਰਮ ਕਿਹੜਾ ਹੈ। ਪੂਰਨ ਸੰਤ ਜਾਣ ਕਰ ਪੁੱਛਾ। ਮਹਾਰਾਜ ਜੀ ਤੁਸੀਂ ਪੂਰਨ ਸੰਤ ਹੋ, ਮਹਾਪੁਰਸ਼ ਹੋ, ਇਸ ਕਰਕੇ ਮੈਂ ਤੁਹਾਨੂੰ ਆਪ ਜੀ ਦੇ ਪਾਸ ਆ ਕੇ ਸਵਾਲ ਕੀਤਾ, ਆਪ ਜੀ ਨੂੰ ਪੁੱਛਿਆ ਹੈ। ਕਰਹੁ ਮੁਝੈ ਸੰਸੈ ਸੇ ਛੂਛਾ। ਮਹਾਰਾਜ ਮੇਰੇ ਅੰਦਰ ਜਿਹੜਾ ਸੰਸਾ ਹੈ, ਆਪ ਜੀ ਕਿਰਪਾ ਕਰਕੇ ਮੇਰੇ ਅੰਦਰ ਦੇ ਸੰਸੇ ਦੀ ਨਿਵਰਤੀ ਕਰੋ। ਸੁਨ ਕਰ ਬੋਲੇ ਬਚਨ ਕਿਰਪਾਲਾ। ਜਦੋਂ ਰਾਜੇ ਕੌਲ ਨਾਭ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਦਿਆਲੂ ਕਿਰਪਾਲੂ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸਭ ਤੇ ਜਾਨੋ ਗ੍ਰਸਤ ਬਿਸਾਲਾ। ਮਹਾਰਾਜ ਜੀ ਕਹਿਣ ਲੱਗੇ, ਰਾਜਾ ਇਹਨਾਂ 4 ਆਸ਼ਰਮਾਂ ਵਿੱਚੋਂ ਸਭ ਤੋਂ ਉੱਤਮ ਆਸ਼ਰਮ ਹੈ ਗ੍ਰਸਥ ਆਸ਼ਰਮ। ਗ੍ਰਸਥ ਆਸ਼ਰਮ ਸਭ ਤੋਂ ਉੱਤਮ ਹੈ, ਗ੍ਰਸਥ ਆਸ਼ਰਮ ਸਭ ਤੋਂ ਸ੍ਰੇਸ਼ਟ ਹੈ। ਉਤਪਤ ਕਰਨ ਹਾਰ ਸਭ ਹੀ ਕੋ। ਕਿਉਂਕਿ ਗ੍ਰਸਥ ਆਸ਼ਰਮ ਕਰਕੇ ਹੀ ਜੀਵਾਂ ਦੀ ਉਤਪਤੀ ਹੁੰਦੀ ਹੈ। ਉਦਾਹਰਣ ਦਿੰਦਿਆਂ ਮਹਾਂਪੁਰਸ਼ ਦੱਸਦੇ ਐ, ਕਹਿੰਦੇ ਜਿਵੇਂ ਸੋਨੇ ਦੇ ਗਹਿਣੇ ਬਣਦੇ ਆ ਨਾ, ਕੜੇ ਬਣ ਜਾਂਦੇ ਆ, ਛੱਲੇ, ਕੈਂਠੇ, ਛਾਪਾਂ, ਬਹੁਤ ਕੁਝ ਬਣਦਾ ਸੋਨੇ ਦਾ। ਪਰ ਸੋਨਾ ਨਾ ਹੋਵੇ ਤੇ ਸੋਨੇ ਦੀ ਉਤਪਤੀ ਤੋਂ ਬਿਨਾਂ ਤਾਂ ਨਹੀਂ ਨਾ ਇਹ ਪੈਦਾ ਹੋ ਸਕਦੇ। ਆ ਲੋਹੇ ਦਾ ਕਿੰਨਾ ਕੁਝ ਬਣਦਾ, ਲੋਹੇ ਦੀਆਂ ਤਲਵਾਰਾਂ ਬਣਦੀਆਂ, ਕਟਾਰਾਂ ਬਣਦੀਆਂ ਨੇ, ਮਮੋਦੀਆਂ ਬਣਦੀਆਂ ਨੇ, ਖੰਜਰ ਬਣਦੇ ਐ, ਵਿਛੂਏ ਬਣਦੇ ਆ, ਜਮਦਾੜਾਂ ਬਣਦੀਆਂ ਨੇ, ਢਾਲਾਂ ਬਣਦੀਆਂ ਨੇ। ਜੇ ਲੋਹਾ ਨਾ ਹੋਵੇ ਤੇ ਕਿਵੇਂ ਬਣਨ। ਇਸੇ ਤਰ੍ਹਾਂ ਪੂਰੇ ਸੰਸਾਰ ਭਰ ਦੇ ਵਿੱਚ ਹਜ਼ਾਰਾਂ ਮਤ ਨੇ, ਹਜ਼ਾਰਾਂ ਹੀ ਧਰਮ ਨੇ, ਜੋਗੀ ਨੇ, ਜੰਗਮ ਨੇ, ਸਰੇਵੜੇ ਨੇ, ਸੰਨਿਆਸੀ ਨੇ, ਬੈਰਾਗੀ ਨੇ, ਜੈਨੀ ਨੇ, ਬੋਧੀ ਨੇ। ਜੇ ਗ੍ਰਸਤੀ ਨਾ ਹੁੰਦੇ ਤਾਂ ਇਹ ਸਾਰੇ ਕਿਵੇਂ ਪੈਦਾ ਹੁੰਦੇ। ਤੋ ਗ੍ਰਸਥ ਆਸ਼ਰਮ ਸਾਰੇ ਸੰਸਾਰ ਦੇ ਜੀਵਾਂ ਦੀ ਉਤਪਤੀ ਦਾ ਆਸ਼ਰਮ ਹੈ। ਮਹਾਰਾਜ ਜੀ ਕਹਿੰਦੇ ਇਸ ਕਰਕੇ 4 ਆਸ਼ਰਮਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਆਸ਼ਰਮ ਜਿਹੜਾ ਹੈ ਉਹ ਗ੍ਰਸਥ ਆਸ਼ਰਮ ਹੈ। ਬਹਰੋ ਪਾਲਨ ਕਰ ਹੈ ਨੀਕੋ। ਤੇ ਜੇ ਕੋਈ ਗ੍ਰਸਥ ਆਸ਼ਰਮ ਦੀ ਪਾਲਣਾ ਕਰੇ ਚੰਗੇ ਢੰਗ ਨਾਲ, ਕਿਉਂਕਿ ਗ੍ਰਸਥ ਆਸ਼ਰਮ ਦੀ ਵੀ ਮਰਿਆਦਾ ਹੈ। ਇਹ ਨਹੀਂ ਕਿ ਗ੍ਰਸਥ ਆਸ਼ਰਮ ਕੇਵਲ ਬੱਚੇ ਪੈਦਾ ਕਰਨ ਵਾਸਤੇ ਹੀ ਹੁੰਦਾ ਹੈ। ਗ੍ਰਸਥ ਆਸ਼ਰਮ ਦੀਆਂ ਵੀ ਜ਼ਿੰਮੇਵਾਰੀਆਂ ਹਨ। ਗ੍ਰਸਥ ਆਸ਼ਰਮ ਦੀ ਪਾਲਣਾ ਕਰਨੀ। ਗ੍ਰਸਤੀ ਦਾ ਕੀ ਧਰਮ ਹੈ? ਕੋਈ ਅਭਿਆਗਤ ਆ ਜੇ ਦਰਾਂ ਮੂਹਰੇ, ਭੋਜਨ ਦੀ ਕਾਂਖਾ ਰੱਖਦਾ, ਗ੍ਰਸਤੀ ਦਾ ਧਰਮ ਹੈ ਉਹਨੂੰ ਪ੍ਰਸ਼ਾਦਾ ਛਕਾਉਣਾ।
ਉਹਦੀ ਕੋਈ ਲੋੜ ਹੈ ਤਾਂ ਜੇ ਗ੍ਰਸਤੀ ਨੂੰ ਪਰਮੇਸ਼ਰ ਨੇ ਸક્ષਮ ਬਣਾਇਆ ਹੈ, ਤਾਂ ਉਹਦੀ ਲੋੜ ਦੀ ਪੂਰਤੀ ਕਰਨ ਦਾ ਯਤਨ ਕਰਨਾ, ਇਹ ਗ੍ਰਸਤੀ ਦਾ ਧਰਮ ਹੈ। ਇਹ ਨਹੀਂ ਕਿ ਗ੍ਰਸਤੀ ਦੇ ਘਰ ਕੋਈ ਅਭਿਆਗਤ ਆਵੇ ਪ੍ਰਸ਼ਾਦਾ ਛਕਣ ਦੀ ਕਾਂਖਾ ਰੱਖ ਕੇ ਜਾਂ ਜਲ ਪਾਣੀ ਦੀ ਇੱਛਾ ਰੱਖ ਕੇ ਤੇ ਆਖੇ ਚੱਲੋ ਟੁਰਦਾ ਬਣ, ਤੋ ਗ੍ਰਸਤੀ ਦਾ ਇਹ ਧਰਮ ਨਹੀਂ ਹੈ। ਗ੍ਰਸਤ ਆਸ਼ਰਮ ਬੜਾ ਉੱਤਮ ਆਸ਼ਰਮ ਹੈ। ਮਹਾਰਾਜ ਕਹਿੰਦੇ ਜੇ ਇਹਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਜਿਉ ਜਲ ਕਮਲਨ ਕੋ ਨਿਪਜਾਈ। ਮਹਾਰਾਜ ਜੀ ਕਹਿੰਦੇ ਜਿਵੇਂ ਪਾਣੀ ਵਿੱਚ ਕਮਲ ਦੇ ਫੁੱਲ ਪੈਦਾ ਹੁੰਦੇ ਨੇ, ਜਲ ਕਰਕੇ ਕਮਲ ਦਾ ਫੁੱਲ ਪੈਦਾ ਹੁੰਦਾ ਨਾ, ਤੇ ਰਹਿੰਦਾ ਪਾਣੀ ਵਿੱਚ ਨਿਰਲੇਪ ਹੈ। ਬਹੁਰੋ ਪਾਲਨ ਕਰਹਿ ਬਨਾਈ। ਜਲ ਚੋਂ ਕਮਲ ਦਾ ਫੁੱਲ ਪੈਦਾ ਹੁੰਦਾ ਤੇ ਫਿਰ ਉਹ ਜਲ ਹੀ ਉਸ ਕਮਲ ਦੇ ਫੁੱਲ ਦੀ ਪਾਲਣਾ ਕਰਦਾ ਹੈ। ਮੂਲ ਬਿਟਪ ਕੋ ਗ੍ਰਸਤ ਪਛਾਨੋ। ਇਸੇ ਤਰ੍ਹਾਂ ਸੰਸਾਰ ਦੇ ਜਿਤਨੇ ਵੀ ਆਸ਼ਰਮ ਨੇ, ਉਹਨਾਂ ਦਾ ਜਿਹੜਾ ਮੂਲ ਹੈ, ਜੜ ਹੈ, ਜਿਹੜਾ ਇਹ ਦਰਖਤ ਹੈ ਸੰਸਾਰ ਰੂਪੀ, ਇਹਦੀ ਜਿਹੜੀ ਜੜ ਹੈ ਉਹ ਗ੍ਰਸਤ ਹੈ। ਗ੍ਰਸਤ ਆਸ਼ਰਮ ਕਰਕੇ ਹੀ ਜੀਵਾਂ ਦੀ ਉਤਪਤੀ ਹੋ ਰਹੀ ਹੈ। ਸੰਸਾਰ ਦੇ ਅੱਗੇ ਸਾਰੇ ਨਿਯਮ ਚੱਲ ਰਹੇ ਨੇ, ਜੀਵ ਪੈਦਾ ਹੋ ਰਹੇ ਨੇ। ਤੋ ਗ੍ਰਸਤ ਆਸ਼ਰਮ ਇਹ ਬਾਕੀ ਦੇ ਜਿਹੜੇ ਆਸ਼ਰਮ ਨੇ ਉਹਨਾਂ ਦੀ ਜੜ ਹੈ। ਜਿਵੇਂ ਇਹ ਸਾਰੇ ਆਸ਼ਰਮ ਦਰਖਤ ਹੋ ਗਏ ਤੇ ਜੜ ਤੋਂ ਬਿਨਾਂ ਇਹ ਬਾਕੀ ਆਸ਼ਰਮ ਕਿਹੜੇ ਕੰਮ ਦੇ? ਬ੍ਰਹਮਚਰਜ, ਸੰਨਿਆਸ ਤੇ ਬਾਨਪ੍ਰਸਥ। ਜੇ ਗ੍ਰਸਤ ਆਸ਼ਰਮ ਨਾ ਹੋਵੇ, ਮੰਨ ਲਓ ਸਾਰੇ ਸੰਨਿਆਸੀ ਹੋ ਜਾਣ ਜਾਂ ਸਾਰੇ ਬ੍ਰਹਮਚਰਜ ਉਚਾਰ ਧਾਰਨ ਕਰ ਲੈਣ, ਸਾਰੇ ਸੰਨਿਆਸੀ ਹੋ ਕੇ ਬਾਨਪ੍ਰਸਥ ਹੋ ਜਾਣ, ਤੇ ਸੰਸਾਰ ਦੀ ਉਤਪਤੀ ਕਿਵੇਂ ਹੋਵੇਗੀ ਜੇ ਗ੍ਰਸਤੀ ਛੱਡ ਦੇਣ? ਗ੍ਰਸਤ ਆਸ਼ਰਮ ਕਰਕੇ ਹੀ ਪੈਦਾ ਹਨ। ਤੋ ਗ੍ਰਸਤ ਆਸ਼ਰਮ ਇਹਨਾਂ ਸਾਰੇ ਆਸ਼ਰਮਾਂ ਦਾ ਮੂਲ ਹੈ, ਜੜ ਹੈ। ਆਸ਼ਰਮ ਅਪਰਜ ਸ਼ਾਖਾ ਮਾਨੋ। ਬਾਕੀ ਜਿਹੜੇ ਆਸ਼ਰਮ ਨੇ ਉਹ ਇਸ ਦਰਖਤ ਦੀਆਂ ਸ਼ਾਖਾਵਾਂ ਨੇ, ਟਹਿਣੀਆਂ ਨੇ। ਗ੍ਰਸਤ ਆਸ਼ਰਮ ਚੋਂ ਇਹ ਟਹਿਣੀਆਂ ਨਿਕਲਦੀਆਂ ਨੇ ਨਾ। ਜੇ ਜੜ ਹੋਵੇਗੀ, ਤਣਾ ਹੋਵੇਗਾ ਦਰਖਤ ਦਾ, ਉਹਦੇ ਚੋਂ ਟਹਿਣੀਆਂ ਫੈਲਦੀਆਂ ਨੇ। ਗ੍ਰਸਤ ਆਸ਼ਰਮ ਤਣਾ ਹੈ, ਜੜ ਹੈ, ਤੇ ਬਾਕੀ ਜਿਹੜੇ ਆਸ਼ਰਮ ਨੇ ਉਹ ਟਹਿਣੀਆਂ ਨੇ, ਉਹਦੇ ਵਿੱਚੋਂ ਹੀ ਨਿਕਲੀਆਂ ਨੇ। ਗ੍ਰਸਤੀਆਂ ਚੋਂ ਹੀ ਸੰਨਿਆਸੀ ਪੈਦਾ ਹੁੰਦੇ ਆ, ਗ੍ਰਸਤੀਆਂ ਚੋਂ ਹੀ ਬ੍ਰਹਮਚਰਜ ਨੂੰ ਪੈਦਾ ਧਾਰਨ ਕਰਨ ਵਾਲੇ ਬ੍ਰਹਮਚਾਰੀ ਪੈਦਾ ਹੁੰਦੇ ਆ, ਗ੍ਰਸਤੀਆਂ ਵਿੱਚੋਂ ਹੀ ਬਾਨਪ੍ਰਸਥ ਪੈਦਾ ਹੁੰਦੇ ਆ। ਤੋ ਗ੍ਰਸਤ ਆਸ਼ਰਮ ਦਰਖਤ ਹੈ, ਬਾਕੀ ਦੇ ਜਿਹੜੇ ਆਸ਼ਰਮ ਨੇ ਉਸ ਦਰਖਤ ਦੀਆਂ ਟਾਹਣੀਆਂ ਹਨ। ਜਾਂ ਕੋ ਲਖੋ ਸਮੁੰਦਰ ਸਮਾਨਾ। ਜਾਂ ਇਸ ਤਰ੍ਹਾਂ ਕਹਿ ਲੋ ਵੀ ਗ੍ਰਸਤ ਆਸ਼ਰਮ ਸਮੁੰਦਰ ਦੇ ਸਮਾਨ ਹੈ। ਪਹਿਲਾ ਪ੍ਰਮਾਣ ਦਿੱਤਾ, ਦਰਖਤ ਦੀ ਉਪਮਾ ਦਿੱਤੀ ਹੈ। ਹੁਣ ਗ੍ਰਸਤ ਆਸ਼ਰਮ ਨੂੰ ਸਮੁੰਦਰ ਦੀ ਉਪਮਾ ਦਿੰਦੇ ਨੇ ਕਿ ਜਿਵੇਂ ਸਮੁੰਦਰ ਵਿਸ਼ਾਲ ਹੁੰਦਾ ਹੈ, ਏਦਾਂ ਗ੍ਰਸਤ ਆਸ਼ਰਮ ਵਿਸ਼ਾਲ ਹੈ। ਮੁਕਤਾਦਿਕ ਨਿਕਸਤ ਹੈ ਨਾਨਾ। ਜਿਵੇਂ ਸਮੁੰਦਰ ਦੇ ਵਿੱਚ ਕਿੰਨੇ ਮੋਤੀ ਨਿਕਲਦੇ ਆ, ਕਿੰਨੇ ਸ਼ਬਜ ਪੰਨੇ ਸਮੁੰਦਰ ਚੋਂ ਵੀ ਤੇ ਪੈਦਾ ਹੁੰਦੇ ਆ ਨਾ, ਏਦਾਂ ਗ੍ਰਸਤ ਆਸ਼ਰਮ ਚੋਂ ਹੀ ਇਹ ਸਾਰੇ ਮਤ ਜਿਹੜੇ ਨੇ ਪੈਦਾ ਹੁੰਦੇ ਆ। ਗ੍ਰਸਤੀਆਂ ਦੇ ਘਰ ਹੀ ਵੱਡੇ ਵੱਡੇ ਬ੍ਰਹਮਚਾਰੀਆਂ ਦਾ ਜਨਮ ਹੁੰਦਾ, ਗ੍ਰਸਤੀਆਂ ਦੇ ਘਰ ਹੀ ਵੱਡੇ ਵੱਡੇ ਸੰਨਿਆਸੀਆਂ ਦਾ ਜਨਮ ਹੁੰਦਾ। ਉਗਦੇ ਤਾਂ ਨਹੀਂ ਜ਼ਮੀਨ ਚੋਂ, ਗ੍ਰਸਤੀਆਂ ਦੇ ਘਰ ਹੀ ਜਨਮ ਲੈ ਕੇ ਹੁੰਦੇ ਆ ਨਾ ਪੈਦਾ। ਤੋ ਇਹ ਜਿੰਨੇ ਰਿਸ਼ੀ ਮੁਨੀ ਤਪਸਵੀ ਗ੍ਰਸਤੀਆਂ ਦੇ ਘਰੋਂ ਹੀ ਪੈਦਾ ਹੋਏ। ਇਹ ਇਦਾਂ ਕਹਿ ਸਕਦੇ ਆ ਵੀ ਜਿਵੇਂ ਸਮੁੰਦਰ ਚੋਂ ਕੋਈ ਕੀਮਤੀ ਮੋਤੀ ਨਿਕਲਦੇ ਨੇ, ਏਦਾਂ ਗ੍ਰਸਤ ਰੂਪੀ ਸਮੁੰਦਰ ਵਿੱਚੋਂ ਇਹ ਮੋਤੀਆਂ ਵਾਂਗੂ ਉਤਪੰਨ ਹੋਏ ਹਨ। ਬ੍ਰਹਮਚਰਜ ਪੁਨ ਬਾਨ ਪ੍ਰਸਤਾ। ਬ੍ਰਹਮਚਰਜ ਰੱਖਣਾ ਜਾਂ ਬਾਨਪ੍ਰਸਥ ਹੋਣਾ। ਅਰ ਸੰਨਿਆਸ ਸਭਿਨ ਕੋ ਕਰਤਾ। ਫਿਰ ਸੰਨਿਆਸ ਇਹਦਾ ਵੀ ਕਰਤਾ ਜਿਹੜਾ ਹੈ ਉਹ ਗ੍ਰਸਤ ਆਸ਼ਰਮ ਹੈ। ਗ੍ਰਸਤ ਆਸ਼ਰਮ ਕਰਕੇ ਹੀ ਇਹ ਤਿੰਨੇ ਆਸ਼ਰਮ ਪੈਦਾ ਹੁੰਦੇ ਨੇ। ਵੰਡ ਖਾਏ ਅਰ ਦਾਨ ਕਰੇਈ। ਗ੍ਰਸਤੀ ਦਾ ਕੀ ਧਰਮ ਹੈ? ਸੁਣੋ, ਗ੍ਰਸਤੀ ਦਾ ਧਰਮ ਕੀ ਆ? ਵੰਡ ਕੇ ਖਾਣਾ, ਵੰਡ ਕੇ ਛਕਣਾ ਔਰ ਦਾਨ ਕਰਨਾ, ਇਹ ਗ੍ਰਸਤੀ ਦਾ ਧਰਮ ਹੈ। ਛੂਛ ਨਾ ਫਿਰੈ ਅਭਿਆਗਤ ਜੇਈ। ਗ੍ਰਸਤੀ ਦੇ ਦਰਵਾਜ਼ੇ ਤੋਂ ਕੋਈ ਅਭਿਆਗਤ ਖਾਲੀ ਨਾ ਮੁੜੇ, ਖਾਲੀ ਨਾ ਪਰਤੇ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਇੱਕ ਸਿੰਘ ਹੋਇਆ, ਉਹਦਾ ਨਾਂ ਸੀ ਭਾਈ ਨੰਦ ਸਿੰਘ। ਵਿਆਹ ਕੀਤਾ ਪਰਿਵਾਰ ਨੇ, ਮਾਤਾ ਪਿਤਾ ਨੇ, ਤੇ ਘਰ ਵਾਲੀ ਨੂੰ ਛੱਡ ਕੇ ਕਹਿੰਦਾ ਮੈਂ ਨਹੀਂ ਗ੍ਰਸਤੀ ਰਹਿਣਾ, ਤੇ ਗੁਰੂ ਸਾਹਿਬ ਕੋਲ ਚਲਾ ਗਿਆ। ਮਾਂ ਬਾਪ ਉਹਦੇ ਸਤਿਗੁਰਾਂ ਕੋਲ ਪਹੁੰਚੇ ਆਨੰਦਪੁਰ ਸਾਹਿਬ। ਮਹਾਰਾਜ ਜੀ ਵੀ ਆਪਣਾ ਪਰਿਵਾਰ ਛੱਡ ਕੇ, ਘਰ ਵਾਲੀ ਨੂੰ ਛੱਡ ਕੇ ਇੱਥੇ ਆ ਗਿਆ। ਕਹਿੰਦਾ ਮੈਂ ਨਹੀਂ ਗ੍ਰਸਤ ਆਸ਼ਰਮ ਪਾਲਣਾ, ਮੈਂ ਤਾਂ ਸਾਧ ਬਣਨਾ। ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨੂੰ 2 ਸਾਖੀਆਂ ਸੁਣਾਈਆਂ। ਕਹਿਣ ਲੱਗੇ ਕਿ ਇੱਕ ਸਾਧੂ ਬੈਠਾ ਸੀ ਜੰਗਲ 'ਚ,
ਪਹਿਲਾਂ ਕੁਝ ਚੋਰ ਆਏ, ਉਹਨਾਂ ਨੇ ਚੋਰੀ ਕੀਤਾ ਸੀ ਕਿਤੋਂ ਪੈਸਾ, ਉਹ ਲਿਆ ਕੇ ਮਹਾਂਪੁਰਸ਼ਾਂ ਦੇ ਕੋਲ ਭੇਟ ਕਰਕੇ ਕਹਿੰਦੇ ਸਾਧੂ ਬੈਠਾ, ਰੱਖ ਕੇ ਚਲੇ ਗਏ। ਇੰਨੇ ਨੂੰ ਕੋਈ ਪਿੱਛੋਂ ਲੋੜਵੰਦ ਆਉਂਦਾ ਸੀ, ਉਹਨੇ ਆ ਕੇ ਉਹ ਅੱਗੋਂ ਚੁੱਕ ਲਿਆ, ਉਹ ਲੈ ਕੇ ਅੱਗੇ ਨੂੰ ਵਿਦਾ ਹੋ ਗਏ। ਜਿਹੜੇ ਪਹਿਲਾਂ ਭੇਟ ਕਰਕੇ ਗਏ ਸੀ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਨਹੀਂ ਕਿਹਾ, ਵੇਖਿਆ ਨਹੀਂ। ਜਿਹੜੇ ਚੁੱਕ ਕੇ ਲੈ ਗਏ ਉਹਨਾਂ ਨੂੰ ਨਹੀਂ ਆਖਿਆ ਵੀ ਤੁਸੀਂ ਕਿਉਂ ਚੁੱਕਦੇ ਹੋ, ਯਾਨੀ ਕਿ ਆਏ ਦੀ ਖੁਸ਼ੀ ਨਹੀਂ, ਜਾਣ ਦਾ ਗਮ ਨਹੀਂ। ਮਹਾਰਾਜ ਜੀ ਕਹਿੰਦੇ ਜੇ ਸਾਧੂ ਬਣਨਾ ਤਾਂ ਐਸਾ ਬਣੇ। ਪਾਤਸ਼ਾਹ ਕਹਿੰਦੇ ਕਿ ਜੰਗਲ ਵਿੱਚ ਕਬੂਤਰ ਤੇ ਕਬੂਤਰੀ ਦਾ ਜੋੜਾ ਰਹਿੰਦਾ ਸੀ। ਉਦਾਹਰਨ ਵਜੋਂ ਮਹਾਰਾਜ ਜੀ ਨੇ ਸਾਖੀ ਸੁਣਾਈ। ਮੀਂਹ ਦਾ ਮੌਸਮ ਸੀ, ਸਿਆਲੇ ਦਿਨ ਸਨ, ਤੇ ਇੱਕ ਸ਼ਿਕਾਰੀ ਸ਼ਿਕਾਰ ਕਰਦਾ ਰਾਤ ਨੂੰ ਜੰਗਲ 'ਚ ਰਾਹ ਭੁੱਲ ਗਿਆ ਤੇ ਉਸ ਦਰਖਤ ਥੱਲੇ ਆ ਕੇ ਬਹਿ ਗਿਆ, ਜਿਸ ਦਰਖਤ ਦੇ ਉੱਤੇ ਆਲਣਾ ਪਾ ਕੇ ਉਹ ਬੈਠੇ। ਕਬੂਤਰ ਆਪਣੀ ਘਰਵਾਲੀ ਕਬੂਤਰੀ ਨੂੰ ਕਹਿੰਦਾ ਵੀ ਅੱਜ ਆਪਣੇ ਘਰ ਪ੍ਰਾਹੁਣੇ ਆਏ ਆ, ਆਪਾਂ ਆ ਗ੍ਰਸਤੀ, ਤੇ ਸਾਡਾ ਫਰਜ਼ ਬਣਦਾ ਵੀ ਇਹਦੀ ਸੇਵਾ ਕਰੀਏ। ਉਹ ਕਹਿੰਦੇ ਸ਼ਿਕਾਰੀ ਹੈ, ਮਾਸ ਖਾ ਲੈਂਦਾ ਹੈ, ਵੀ ਪਹਿਲਾਂ ਇਹਦੇ ਵਾਸਤੇ ਕਿਉਂਕਿ ਠੰਡ ਹੈ ਅੱਗ ਦਾ ਪ੍ਰਬੰਧ ਕਰੀਏ। ਕਬੂਤਰ ਉੱਡ ਕੇ ਇੱਕ ਨਗਰ ਵਿੱਚ ਗਿਆ, ਬਲਦੀ ਹੋਈ ਅੱਗ ਦਾ ਅੰਗਾਰ ਆਪਣੀ ਚੁੰਝ 'ਚ ਰੱਖ ਕੇ ਲਿਆਇਆ, ਆਪਣਾ ਆਲਣਾ ਥੱਲੇ ਸੁੱਟ ਦਿੱਤਾ ਤੇ ਉਹ ਅੰਗਾਰ ਉਹਦੇ ਤੇ ਰੱਖ ਕੇ ਅਗਨੀ ਲਾ ਦਿੱਤੀ ਤੇ ਸ਼ਿਕਾਰੀ ਨੇ ਉੱਤੇ ਲੱਕੜੀਆਂ ਪਾ ਕੇ ਅੱਗ ਬਾਲ ਲਈ। ਫਿਰ ਕਹਿੰਦਾ ਵੀ ਹੁਣ ਮੈਂ ਇਹਦੇ ਵਿੱਚ ਸੜਾਂਗਾ, ਇਹ ਮੈਨੂੰ ਭੁੰਨ ਕੇ ਖਾ ਲਏਗਾ। ਕਬੂਤਰੀ ਕਹਿੰਦੀ ਹੈ ਨਹੀਂ, ਤੇਰੇ ਬਿਨਾਂ ਘਰ ਸੁੰਝਾ ਹੋਵੇਗਾ, ਵੀ ਮੈਂ ਵਿੱਚ ਸੜਦੀ ਆ ਤੇ ਮੇਰਾ ਮਾਸ ਖਾ ਲੇਗਾ, ਵੀ ਸਾਡੇ ਘਰ ਆਇਆ ਇਹ ਭੁੱਖਾ ਰਵੇ ਤੇ ਸਾਡੇ ਤੇ ਪਾਪ ਲੱਗੇਗਾ, ਦੋਸ਼ ਲੱਗੇਗਾ। ਆਪਸ ਵਿੱਚ ਹੀ ਬਹਿਸ ਕਰਦਿਆਂ ਕਰਦਿਆਂ ਦੋਵੇਂ ਉਸ ਅੱਗ ਦੇ ਵਿੱਚ ਡਿੱਗੇ। ਸ਼ਿਕਾਰੀ ਨੇ ਪਹਿਲਾਂ ਤਾਂ ਦੋਵੇਂ ਭੁੰਨ ਕੇ ਖਾ ਲਏ, ਪਰ ਬਾਅਦ 'ਚ ਸੋਚਿਆ ਵੀ ਇਹ ਕੀ ਗੱਲ। ਫਿਰ ਉਹਨੂੰ ਸਮਝ ਪਈ ਕਿ ਇਹ ਕੋਈ ਪੂਰਬਲੇ ਜਨਮਾਂ ਦੇ ਗਿਆਤਾ ਸਨ, ਪਰ ਕਰਮ ਕਰਕੇ ਜਿਸ ਜੂਨੀ 'ਚ ਪਏ ਸੀ, ਉਹ ਸ਼ਿਕਾਰੀ ਵੀ ਸਭ ਕੁਝ ਛੱਡ ਕੇ ਉਸ ਵੇਲੇ ਸਾਧੂ ਬਿਰਤੀ ਨੂੰ ਧਾਰਨ ਹੋ ਗਿਆ। ਗ੍ਰਸਤੀ ਨੇ ਇੱਕ ਸ਼ਿਕਾਰੀ ਦਾ ਜੀਵਨ ਵੀ ਬਦਲ ਦਿੱਤਾ। ਮਹਾਰਾਜ ਕਹਿੰਦੇ ਜੇ ਗ੍ਰਸਤੀ ਬਣਨਾ ਤੇ ਇਹੋ ਜਿਹਾ ਬਣਿਓ। ਦੱਸ ਹੁਣ ਤੂੰ ਸਾਧ ਬਣਨਾ ਕਿ ਗ੍ਰਸਤੀ? ਕਹਿਣ ਲੱਗਾ ਮਹਾਰਾਜ ਗ੍ਰਸਤੀ ਮੈਂ ਗ੍ਰਸਤ ਧਰਮ ਨੂੰ ਹੀ ਧਾਰਨ ਕਰਾਂ। ਪਾਤਸ਼ਾਹ ਕਹਿੰਦੇ ਫਿਰ ਧਰਮ ਦੀ ਪਾਲਣਾ ਕਰੀ। ਦਰਵਾਜ਼ੇ ਤੇ ਕੋਈ ਅਭਿਆਗਤ ਭੁੱਖਾ ਆਵੇ, ਆ ਕੇ ਰੋਟੀ ਦੀ ਮੰਗ ਕਰੇ, ਤੂੰ ਉਹਨੂੰ ਵਾਪਸ ਨਹੀਂ ਖਾਲੀ ਮੋੜਨਾ। ਆਮ ਕਰਕੇ ਅਸੀਂ ਕਹਿਣ ਲੱਗ ਪੈਨੇ ਉਹ ਤੇਰੇ ਹੱਥ ਟੁੱਟੇ ਆ, ਚੰਗਾ ਭਲਾ ਤੂੰ ਤੁਰਿਆ ਫਿਰਦਾ ਮੰਗ ਕੇ ਖਾਂਦਾ, ਪ੍ਰਸ਼ਾਦਾ ਜ਼ਰੂਰ ਛਕਾ ਦੇਣਾ, ਮਾਇਆ ਨਾ ਦਿਓ, ਪਦਾਰਥ ਨਾ ਦਿਓ। ਕੋਈ ਜੇ ਪ੍ਰਸ਼ਾਦਾ ਛਕਣ ਦੀ ਇੱਛਾ ਰੱਖਦਾ ਵੀ ਆਪ ਭਾਈ ਦੋ ਪ੍ਰਸ਼ਾਦੇ ਛਕਣੇ ਆ, ਛਕ ਲੈ। ਅੰਨਦਾਨ ਸਭ ਤੋਂ ਵੱਡਾ ਮਹਾਦਾਨ ਹੈ। ਅਸੀਂ ਪ੍ਰਸ਼ਾਦਾ ਛਕਾਉਣ ਦੀ ਬਜਾਏ ਚਲੋ ਵੀ ਕਿੱਥੇ ਖੇਚਲ ਕਰਾਂਗੇ, 10-20 ਰੁਪਈਏ ਦੇ ਦਿੰਨੇ ਆ, ਉਹ 10-20 ਰੁਪਈਏ ਲਿਜਾ ਕੇ ਤੁਹਾਡੇ ਜਾ ਕੇ ਤਮਾਕੂ ਖਰੀਦ ਕੇ ਖਾਂਦਾ ਹੋਵੇਗਾ, ਸ਼ਰਾਬ ਖਰੀਦ ਕੇ ਪੀਂਦਾ ਹੋਵੇਗਾ। ਮਾੜੇ ਕੰਮਾਂ 'ਚ ਹੀ ਲਾਉਂਦੇ ਆ ਇੱਦਾਂ ਦੇ ਬੰਦੇ। ਉਹ ਫਿਰ ਗੁਨਾਹ ਉਹਨੇ ਕਰਨਾ ਤੇ ਭਾਗੀਦਾਰ ਅਸੀਂ ਬਣ ਜਾਣਾ। ਇਸ ਕਰਕੇ ਭੋਜਨ ਛਕਾ ਦੇਣਾ। ਹਾਂ ਕੋਈ ਕੱਪੜੇ ਦੀ ਕਾਂਖਾ ਰੱਖਦਾ, ਉਹਨੂੰ ਜੇ ਹੋ ਸਕੇ ਘਰ ਵਿੱਚ ਕੋਈ ਬਸਤਰ ਹੁੰਦੇ ਹੀ ਹੈ। ਮਹਾਰਾਜ ਜੀ ਕਹਿੰਦੇ ਗ੍ਰਸਤੀ ਦੀ ਇਹ ਬਿਰਤੀ ਹੋਣੀ ਚਾਹੀਦੀ ਹੈ। ਕੋਈ ਆ ਜੇ ਘਰ ਵਿੱਚ, ਚਾਹ ਚੜ ਜੇ ਗ੍ਰਸਤੀ ਨੂੰ ਕਿ ਘਰ ਦੇ ਵਿੱਚ ਪ੍ਰਾਹੁਣੇ ਆਏ ਹੈ, ਗੁਰੂ ਕੇ ਸਿੱਖ ਆ ਜਾਣ ਤਾਂ ਚਾਹ ਚੜ ਜੇ। ਮਹਾਰਾਜ ਜੀ ਕਹਿੰਦੇ ਗੁਰੂ ਕਾ ਸਿੱਖ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਹੀ ਇਹ ਕਰਦਾ, ਮਹਾਰਾਜ ਅੱਜ ਸਾਡੇ ਘਰ ਪ੍ਰਾਹੁਣੇ ਭੇਜਿਓ। ਕਿਹੜੇ ਪ੍ਰਾਹੁਣੇ ਭੇਜਿਓ? ਜਿਨ੍ਹਾਂ ਨਾਲ ਮਿਲ ਕੇ ਮਹਾਰਾਜ ਜੀ ਤੁਹਾਡਾ ਨਾਮ ਚੇਤੇ ਆਵੇ। ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ। ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਆਵਣ ਮਹਾਰਾਜ, ਉਹਨਾਂ ਦੀ ਸੰਗਤ ਕਰੀਏ, ਉਹਨਾਂ ਵਿੱਚ ਬੈਠ ਕੇ ਤੁਹਾਡਾ ਭਜਨ ਕਰੀਏ, ਨਾਲੇ ਅਸੀਂ ਉਹਨਾਂ ਦੀ ਸੇਵਾ ਕਰੀਏ, ਸਾਡਾ ਜੀਵਨ ਸਫਲ ਹੋਵੇ। ਅੱਜ ਕੱਲ੍ਹ ਤਾਂ ਜੇ ਕਿਤੇ ਪੇੜੇ 'ਚੋਂ ਆਟਾ ਨਿਕਲ ਕੇ ਕਿਤੇ ਡਿੱਗ ਪਏ, ਪੁਰਾਣੀਆਂ ਮਾਈਆਂ ਚਾਹ ਚੜ ਜਾਂਦਾ ਸੀ ਵੀ ਆਟਾ ਪੇੜਾ ਗੁੰਨਦਿਆਂ ਵਿੱਚੋਂ ਥੋੜ੍ਹਾ ਜਿਹਾ ਆਟਾ ਡਿੱਗ ਜਾਣਾ, ਉਹਨਾਂ ਨੇ ਆਪਣੇ ਹਿਸਾਬ ਬਣਾਏ ਹੁੰਦੇ, ਕਹਿੰਦੇ ਜਗਦਾ ਅੱਜ ਕੋਈ ਪ੍ਰਾਹੁਣਾ ਆਵੇਗਾ, ਚੰਗੀ ਘੜੀ ਹੈ। ਹੁਣ ਜੇ ਕਿਤੇ ਪਹਿਲਾਂ ਫੋਨ ਕਰਕੇ ਕੋਈ ਦੱਸ ਦੇਵੇ ਵੀ ਆਉਣ ਲੱਗੇ ਆ, ਪਹਿਲਾਂ ਤਾਂ ਹੁੰਦੇ ਨਹੀਂ ਸੀ ਫੋਨ, ਤੇ ਕਈ ਬਹਾਨੇ ਅੱਗੋਂ ਲਾਉਣ ਲੱਗ ਪੈਂਦੇ ਆ, ਭਾਈ ਮੈਂ ਹੁਣ ਮਿਲਣਾ ਨਹੀਂ ਜੀ ਤੁਹਾਨੂੰ, ਮੈਂ ਸੱਜੇ ਖੱਬੇ ਆ ਜੀ, ਕਿਤੇ ਭਾਵੇਂ ਹੋਵੇ ਘਰ ਹੀ, ਪਤਾ ਆਵੇਗਾ ਫਿਰ ਸੇਵਾ ਟਹਿਲ ਕਰਨੀ ਪੈਣੀ ਹੈ। ਤੋ ਇਹ ਬਿਰਤੀ ਗ੍ਰਸਤੀ 'ਚ ਨਹੀਂ ਹੋਣੀ ਚਾਹੀਦੀ। ਤੋ ਗ੍ਰਸਤੀ ਦਾ ਧਰਮ ਹੈ
ਕੋਈ ਆ ਜੇ ਭਾਈ ਉਹਦੀ ਸੇਵਾ ਕਰਨੀ, ਇਹ ਗ੍ਰਸਥ ਆਸ਼ਰਮ ਦਾ ਧਰਮ ਹੈ। ਐਸਾ ਨਹੀਂ ਕਿ ਜੇ ਕਿਤੇ ਭੋਜਨ ਦੇ ਸਮੇਂ ਕੋਈ ਆਇਆ ਹੈ ਤੇ ਉਹਨੂੰ ਭੋਜਨ ਪੁੱਛਣਾ ਚਾਹੀਏ, ਇਹ ਮਰਿਆਦਾ ਹੈ। ਜਲ ਪਾਣੀ ਪੁੱਛਣਾ, ਘਰ ਆਏ ਨੂੰ ਪੁੱਛਣਾ, ਹਾਂ ਭਾਈ ਕੁਝ ਛਕਣਾ ਦੱਸੋ, ਇਹ ਬਿਰਤੀ ਹੋਣੀ ਚਾਹੀਦੀ ਹੈ ਗ੍ਰਸਤੀ ਦੀ। ਉਹ ਨਿਯਮ ਨੇ ਗ੍ਰਸਥ ਆਸ਼ਰਮ ਦੇ। ਮਹਾਰਾਜ ਜੀ ਕਹਿੰਦੇ ਗ੍ਰਸਤੀ ਨੇ ਵੰਡ ਕੇ ਛਕਣਾ ਹੈ, ਫਿਰ ਦਾਨ ਕਰਨਾ ਹੈ। ਨੀਰ ਕੂਪ ਜੇ ਨਿਕਸਤ ਨਾਹੀ। ਜਿਹੜੇ ਖੂਹ ਚੋਂ ਪਾਣੀ ਨਹੀਂ ਨਾ ਨਿਕਲਦਾ, ਖੂਹ ਚੋਂ ਪਾਣੀ ਨਿਕਲਦਾ ਰਵੇ ਤੇ ਥੱਲਿਓਂ ਨਵਾਂ ਪਾਣੀ ਫੁੱਟਦਾ ਰਹਿੰਦਾ ਤੇ ਉਹ ਸਾਫ਼ ਹੋ ਜਾਂਦਾ ਉੱਪਰਲਾ। ਜੇ ਖੂਹ ਦੇ ਵਿੱਚੋਂ ਪਾਣੀ ਨਾ ਕੱਢੀਏ ਠਹਿਰਤ ਗੰਦਾ ਹੋਇ ਤਿਸ ਮਾਹੀ। ਤੇ ਉਹਦੇ ਚੋਂ ਠਹਿਰਿਆ ਹੋਇਆ ਜਿਹੜਾ ਪਾਣੀ ਆ ਉਹ ਫਿਰ ਗੰਦਾ ਹੋ ਜਾਂਦਾ। ਜਦੋਂ ਪਾਣੀ ਕੱਢੋਗੇ ਨਾ ਸੋਮੇ ਬੰਦ ਹੋ ਜਾਂਦੇ, ਜਿਹੜੇ ਤਾਜ਼ੇ ਪਾਣੀ ਦੇ ਸੋਮੇ ਹੁੰਦੇ ਨਾ ਥੱਲਿਓਂ ਨਿਕਲਣ ਵਾਲੇ, ਜਦੋਂ ਪਾਣੀ ਨਾ ਕੱਢੋ, ਖੂਹ ਨਾ ਗਿੜੇ, ਉਹ ਸੋਮੇ ਜਦੋਂ ਬੰਦ ਹੋ ਜਾਂਦੇ ਤੇ ਖੜਿਆ ਪਾਣੀ ਫਿਰ ਮੁਸ਼ਕ ਮਾਰਨ ਲੱਗ ਪੈਂਦਾ, ਗੰਦਾ ਹੋ ਜਾਂਦਾ। ਨਿਕਸਤ ਰਹੈ ਨੀਰ ਜੇ ਤਾਹੂ। ਜੇ ਖੂਹ ਦਾ ਪਾਣੀ ਨਿਕਲਦਾ ਰਵੇ ਉਹਨੂੰ ਵਰਤੀ ਜਾਈਏ ਕੱਢ ਕੇ, ਮਧੁਰ ਹੋਏ ਜਾਣੈ ਸਭ ਕਾਹੂ। ਤੇ ਫਿਰ ਥੱਲਿਓਂ ਨਵਾਂ ਪਾਣੀ, ਮਿੱਠਾ ਮਿੱਠਾ ਪਾਣੀ ਹੋਰ ਫੁੱਟੀ ਜਾਂਦਾ, ਹੋਰ ਜਲ ਜਿਹੜਾ ਥੱਲੇ ਆ ਉਹ ਆਈ ਜਾਂਦਾ ਹੈ। ਇਹ ਸਾਰੇ ਜਾਣਦੇ ਹਨ। ਤਿਉ ਗ੍ਰਸਤੀ ਕੀ ਰੀਤ ਸੁਹਾਈ। ਇਸੇ ਤਰ੍ਹਾਂ ਗ੍ਰਸਤੀ ਦੀ ਇਹ ਮਰਜ਼ਾਦਾ ਹੈ। ਕਰਹਿ ਜੇ ਨਰ ਇਤ ਉਤ ਸੁਖ ਪਾਈ। ਜਿਹੜਾ ਗ੍ਰਸਤੀ ਹੋ ਕੇ ਘਰ ਦੇ ਵਿੱਚੋਂ ਕੁਝ ਕੱਢ ਕੇ ਛਕਾਉਂਦਾ ਰਹੇ, ਕਿਸੇ ਨੂੰ ਵੰਡ ਕੇ ਛਕਣ ਦੀ ਬਿਰਤੀ ਰੱਖ ਕੇ, ਪਿੱਛੇ ਬਚਿਆ ਆਪ ਛਕੰਦਾ। ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਛਕਾ ਕੇ ਪਿੱਛੇ ਬਚਿਆ ਹੋਇਆ ਆਪ ਛਕਣਾ। ਕਹਿੰਦੇ ਏਦਾਂ ਜਿਹੜਾ ਕੋਈ ਗ੍ਰਸਤੀ ਆਪਣੇ ਘਰੋਂ ਕੱਢ ਕੇ ਛਕਾਉਂਦਾ ਹੈ ਕਿਸੇ ਨੂੰ, ਖੂਹ ਵਿੱਚੋਂ ਪਾਣੀ ਨਿਕਲਦਾ ਰਹੇ ਤੇ ਥੱਲੇ ਹੋਰ ਤਾਜ਼ਾ ਪਾਣੀ ਫੁੱਟ ਜਾਂਦਾ, ਉਹਦੇ ਚ ਖੁਸ਼ਬੂ ਪੈਦਾ ਹੁੰਦੀ। ਤੇ ਜੇ ਨਾ ਕੱਢੇ, ਦਾਨ ਨਾ ਕਰੇ, ਕਿਸੇ ਨਾਲ ਵੰਡ ਕੇ ਨਾ ਛਕੇ, ਤੇ ਉਹ ਪਾਣੀ ਸੜਾਉਣ ਨਾਲ, ਗੰਦਗੀ ਨਾਲ ਭਰ ਜਾਂਦਾ ਹੈ। ਨਾ ਆਪਣੇ ਕੰਮ ਦਾ ਰਹਿੰਦਾ, ਨਾ ਕਿਸੇ ਦੂਸਰੇ ਦੇ ਕੰਮ ਦਾ ਰਹਿੰਦਾ ਹੈ। ਗ੍ਰਸਤ ਬਿਖੈ ਆਤਮ ਅਭਿਆਸਾ। ਮਹਾਰਾਜ ਜੀ ਕਹਿੰਦੇ ਗ੍ਰਸਤ ਆਸ਼ਰਮ ਦੀ ਪਾਲਣਾ ਕਰਕੇ ਫਿਰ ਆਤਮਾ ਦਾ ਅਭਿਆਸ ਕਰਨਾ। ਗ੍ਰਸਤੀ ਨੇ ਆਤਮ ਅਭਿਆਸ ਕਰਨਾ। ਕਰਤ ਰਹੈ ਸਿਮਰੈ ਸੁਖ ਰਾਸਾ। ਜੇ ਆਤਮ ਅਭਿਆਸ ਕਰਕੇ ਗ੍ਰਸਤੀ ਪਰਮੇਸ਼ਰ ਦਾ ਭਜਨ ਕਰਦਾ ਰਹੇ, ਨਾਲ ਆਪਣੇ ਗ੍ਰਸਤ ਧਰਮ ਨੂੰ ਵੀ ਪਾਲੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਵੇ, ਨਾਲ ਆਪਣੇ ਸਮੇਂ ਨੂੰ ਪਰਮੇਸ਼ਰ ਦੇ ਸਮੇਂ ਦੇ ਵਿੱਚ ਵੀ ਬਤੀਤ ਕਰੇ, ਯਾਨੀ ਕਿ ਨਿਤਨੇਮ ਕਰੇ, ਸੁਬਾਹ ਸ਼ਾਮ ਸਮਾਂ ਮਿਲੇ ਪਰਮੇਸ਼ਰ ਦਾ ਭਜਨ ਕਰੇ, ਬਾਣੀ ਪੜ੍ਹੇ। ਭਾਉ ਭਗਤ ਕਰ ਕਿਰਤ ਕੋ ਕਰਹੀ। ਪ੍ਰੇਮਾ ਭਗਤੀ ਕਰਕੇ ਜਦੋਂ ਗ੍ਰਸਤੀ ਧਰਮ ਦੀ ਕਿਰਤ ਕਰਦਾ ਹੈ, ਤਿਨ ਕੀ ਉਪਮਾ ਕੌਣ ਉਚਰਹੀ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਗ੍ਰਸਤੀ ਦੀ ਉਪਮਾ ਕੌਣ ਕਹਿ ਸਕਦਾ ਭਾਈ। ਜੇ ਕੋਈ ਇਹੋ ਜਿਹਾ ਗ੍ਰਸਤੀ ਹੋਵੇ ਜਿਹੜਾ ਧਰਮ ਦੀ ਕਿਰਤ ਕਰੇ, ਬਾਣੀ ਪੜ੍ਹੇ, ਆਤਮ ਅਭਿਆਸ ਕਰੇ, ਭਜਨ ਕਰੇ, ਇਹੋ ਜਿਹੇ ਗ੍ਰਸਤੀ ਦੀ ਉਪਮਾ ਕੀਤੀ ਨਹੀਂ ਜਾ ਸਕਦੀ। ਹਾਂਜੀ। ਬੇਲ ਸੰਗ ਖਰਬੂਜਾ ਜੋਈ। ਮਹਾਰਾਜ ਜੀ ਫਿਰ ਉਦਾਹਰਣ ਦਿੰਦੇ, ਕਹਿੰਦੇ ਰਾਜਾ ਕੌਲ ਨਾਭ, ਜਿਹੜਾ ਖਰਬੂਜਾ ਵੱਲ ਦੇ ਨਾਲ ਲੱਗਾ ਹੋਵੇ ਨਾ, ਵੇਲ ਨਾਲ, ਤੇ ਵੇਲ ਦੇ ਨਾਲ ਰਹਿ ਕੇ ਪੱਕੇ, ਹੋਇ ਪਰ ਪੱਕ ਮਧੁਰੋ ਅਤ ਸੋਈ। ਉਹ ਜਿਹੜਾ ਵੇਲ ਦੇ ਨਾਲ ਲੱਗਿਆ ਹੋ ਕੇ ਪੱਕਦਾ ਨਾ ਖਰਬੂਜਾ, ਉਹ ਮਿੱਠਾ ਹੁੰਦਾ। ਜਿਹੜਾ ਨਾਲ ਹੀ ਲੱਗ ਕੇ ਪੱਕਦਾ ਖਰਬੂਜਾ ਵੇਲ ਨਾਲ, ਉਹ ਫਿਰ ਬਹੁਤ ਮਿੱਠਾ ਹੁੰਦਾ। ਜੇ ਡਾਲੀ ਤੇ ਤੋਰ ਪਕਾਵੇ। ਤੇ ਜੇ ਟਾਹਣੀ ਨਾਲੋਂ ਤੋੜ ਕੇ ਉਹਨੂੰ ਪਕਾਵਾਂਗੇ, ਰੱਖ ਕੇ ਵੀ ਚਲੋ 2-4 ਦਿਨ ਰੱਖਣ ਤੋਂ ਬਾਅਦ ਪੱਕ ਜੇ, ਤੋੜ ਕੇ ਵੀ ਪਕਾ ਲੈਂਦੇ ਆ। ਜੇ ਟਹਿਣੀ ਦੇ ਨਾਲ ਪੱਕੇ ਫਿਰ ਉਹ ਮਿੱਠਾ ਹੁੰਦਾ। ਜੇ ਉਹਨੂੰ ਤੋੜ ਕੇ 2-4 ਦਿਨਾਂ ਲਈ ਰੱਖ ਦਿਓ ਵੀ ਇਹ ਪੱਕ ਜਾਏਗਾ, ਫਿਰ ਮਿੱਠਾ ਹੋਵੇਗਾ। ਮਧੁਰ ਥੋਰ ਪੁਨ ਦਾਗ ਲਗਾਵੇ। ਓਨਾ ਮਿੱਠਾ ਨਹੀਂ ਹੁੰਦਾ ਜਿੰਨਾ ਨਾਲ ਪੱਕ ਕੇ ਮਿੱਠਾ ਹੁੰਦਾ। ਮਿੱਠਾ ਤਾਂ ਹੋ ਜਾਂਦਾ ਜਿਹੜਾ ਤੋੜ ਕੇ ਰੱਖ ਦਿਓ, ਪਰ ਓਨਾ ਮਿੱਠਾ ਨਹੀਂ ਹੁੰਦਾ ਜਿੰਨਾ ਟਹਿਣੀ ਦੇ ਨਾਲ ਲੱਗਾ ਹੋਇਆ ਮਿੱਠਾ ਹੁੰਦਾ। ਫਿਰ ਰੱਖ ਕੇ ਉਹਨੂੰ ਦਾਗ ਵੀ ਲੱਗ ਜਾਂਦਾ। ਜਦੋਂ ਰੱਖ ਦਿਓਗੇ 2-4 ਦਿਨਾਂ ਬਾਅਦ ਉਹ ਦਾਗੀ ਜਿਹਾ ਵੀ ਹੋ ਜਾਂਦਾ। ਮਿੱਠਾ ਤਾਂ ਹੁੰਦਾ, ਓਨਾ ਨਹੀਂ ਹੁੰਦਾ ਮਿੱਠਾ। ਹਾਂਜੀ। ਸੁਨੇ ਬਚਨ ਹਰ ਖਾਏ ਪੁਵਾਲਾ। ਮਹਾਰਾਜ ਜੀ ਕਹਿੰਦੇ ਏਦਾਂ ਜਿਹੜਾ ਗ੍ਰਸਤ ਆਸ਼ਰਮ ਨੂੰ ਛੱਡ ਕੇ ਰੱਬ ਰੱਬ ਕਰਦਾ, ਉਹ ਗੱਲ ਓਨੀ ਨਹੀਂ ਬਣਦੀ ਜਿਹੜਾ ਗ੍ਰਸਤ ਆਸ਼ਰਮ 'ਚ ਰਹਿ ਕੇ ਭਜਨ ਕਰੇ ਤੇ ਜਿੰਨੀ ਬਣ ਜਾਂਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕਿਹਾ ਕਰਦੇ ਸਨ, ਕਹਿੰਦੇ ਭਾਈ ਜਿਹੜਾ ਕੋਈ ਸਾਧੂ ਹੈ, ਜਿਹੜਾ ਗ੍ਰਸਤੀ ਨਹੀਂ ਹੈ, ਉਹ ਦਿਨ ਦੇ 8 ਘੰਟੇ ਭਜਨ ਕਰੇ, 8 ਘੰਟੇ,
ਤੇ ਗ੍ਰਸਤੀ 1 ਘੰਟਾ ਭਜਨ ਕਰ ਲੇ ਉਹਨੂੰ ਓਨਾ ਫਲ ਪ੍ਰਾਪਤ ਹੋ ਜਾਂਦਾ। ਕਿਉਂ ਕਹਿੰਦੇ ਸੀ ਮਹਾਂਪੁਰਸ਼ ਭਲਾ? ਉਹ ਤਾਂ ਕਹਿੰਦੇ ਸੀ ਕਿ ਗ੍ਰਸਤੀ ਨੂੰ ਆਪਣੇ ਜੀਵਨ ਵਿੱਚੋਂ ਘੰਟਾ 2 ਘੰਟੇ ਕੱਢਣੇ ਵੀ ਮੁਸ਼ਕਲ ਹੁੰਦੇ ਆ, ਉਹਦੇ ਵਿੱਚੋਂ ਆਪਣੇ ਸਮੇਂ ਚੋਂ ਸਮਾਂ ਕੱਢਦਾ ਰੁਝੇਵੇਂ ਚ, ਕਿ ਮਹਾਰਾਜ ਜੀ ਵਾਸਤੇ ਕੁਝ ਸਮਾਂ ਇਸ ਪਾਸੇ ਲੇਖੇ ਲਾਉਣਾ। ਜਿਹੜਾ ਸਾਧ ਆ ਉਹਨੇ ਘਰ-ਬਾਰ ਛੱਡਿਆ, ਉਹਦਾ ਤਾਂ 24 ਘੰਟੇ ਹੋਣਾ ਚਾਹੀਦਾ ਵੀ ਪ੍ਰਸ਼ਾਦੇ ਵੀ ਉਹਨੂੰ ਕਿਸੇ ਨਾ ਕਿਸੇ ਨੇ ਦੇ ਦੇਣੇ ਆ ਛਕਣ ਨੂੰ। ਤੋ ਗ੍ਰਸਤੀ ਦਾ ਧਰਮ ਉੱਤਮ ਧਰਮ ਹੈ। ਇਸ ਭੇਖਾ ਥਾਵੋਂ ਗਿਰਹੋ ਭਲਾ, ਬਾਹਰਲੇ ਵਿਖਾਵੇ ਦੇ ਭੇਖ ਨਾਲੋਂ ਗ੍ਰਸਤੀ ਹੋਣਾ ਭਲਾ। ਏਦਾਂ ਮਹਾਰਾਜ ਜੀ ਨੇ, ਜਿਹੜਾ ਖਰਬੂਜਾ ਟਹਿਣੀ ਦੇ ਨਾਲ ਲੱਗ ਕੇ ਪੱਕਦਾ, ਮਹਾਰਾਜ ਜੀ ਕਹਿੰਦੇ ਉਹ ਜ਼ਿਆਦਾ ਮਿੱਠਾ ਹੁੰਦਾ ਹੈ। ਟਾਹਣੀ ਨਾਲੋਂ ਤੋੜ ਕੇ ਵੇਲ ਨਾਲੋਂ ਪਕਾਓ, ਨਾਲੇ ਤਾਂ ਦਾਗੀ ਹੋ ਜਾਂਦਾ ਹੈ ਤੇ ਨਾਲੇ ਫਿਰ ਉਹਦੇ ਵਿੱਚ ਉਹ ਮਿਠਾਸ ਨਹੀਂ ਆਉਂਦੀ। ਏਦਾਂ ਕੋਈ ਗ੍ਰਸਤ ਆਸ਼ਰਮ ਨੂੰ ਛੱਡ ਕੇ ਹੋਰ ਤਰੀਕਿਆਂ ਦੇ ਨਾਲ ਸੰਨਿਆਸ ਆਸ਼ਰਮ ਜਾਂ ਬਾਨਪ੍ਰਸਥ ਆਸ਼ਰਮ ਜਾਂ ਬ੍ਰਹਮਚਰਜ ਆਸ਼ਰਮ ਨੂੰ ਪਾਲਦਾ, ਤਾਂ ਉਹ ਗੱਲ ਓਨੀ ਛੇਤੀ ਨਹੀਂ ਬਣਦੀ। ਤੋ ਗ੍ਰਸਤੀ ਵੀ ਪਰਮੇਸ਼ਰ ਦਾ ਭਜਨ ਕਰਕੇ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ। ਗੁਰੂ ਖਾਲਸਾ ਜੀ, ਗ੍ਰਸਤ ਆਸ਼ਰਮ ਇਤਨਾ ਉੱਤਮ ਆਸ਼ਰਮ ਹੈ, ਇਹਦੇ ਵਿੱਚ ਰਹਿ ਕੇ ਭਜਨ ਕਰੀਏ। ਕਿੱਡਾ ਸੁੰਦਰ ਮਹਾਰਾਜ ਜੀ ਨੇ ਸਾਨੂੰ ਇਹ ਧਰਮ ਦਿੱਤਾ ਹੈ। ਆਪ ਸਤਿਗੁਰੂ ਜੀ ਨੇ ਗ੍ਰਸਤ ਆਸ਼ਰਮ ਪ੍ਰਵਾਨ ਕੀਤਾ ਹੈ ਕਿ ਗ੍ਰਸਤੀ ਦੇ ਆਪਣੇ ਕਾਰ ਵਿਹਾਰ ਵੀ ਕਰਨੇ ਹੈ ਤੇ ਕਾਰਾਂ ਵਿਹਾਰਾਂ ਦੇ ਨਾਲ ਨਾਲ ਪਰਮੇਸ਼ਰ ਦਾ ਭਜਨ ਵੀ ਕਰਨਾ, ਅਕਾਲ ਪੁਰਖ ਦੀ ਬੰਦਗੀ ਵੀ ਕਰਨੀ ਹੈ। ਹਾਂਜੀ। ਬੰਧਨ ਕੀਓ ਹੋਵੇ ਨਮਰ ਬਿਸਾਲਾ, ਪਰਮੇਸ਼ਰ ਦੇ ਚਰਨਾਂ ਵਿੱਚ ਬੰਦਨਾ ਕੀਤਿਆਂ ਹਿਰਦੇ ਵਿੱਚ ਵਿਨਮਰਤਾ ਆ ਜਾਂਦੀ ਹੈ। ਖਾਲਸਾ ਜੀ, ਗ੍ਰਸਤੀ ਕਿਤਨੀ ਉੱਤਮ ਪਦਵੀ ਤੱਕ ਪਹੁੰਚ ਜਾਂਦਾ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦੱਸਾਂ। ਜਤੀਆਂ ਵਿੱਚੋਂ 6 ਜਤੀਆਂ ਚ ਇੱਕ ਜਤੀ ਹੋਏ ਗੋਰਖਨਾਥ ਜੀ। ਗੋਰਖਨਾਥ ਨੇ ਵਜਰਯਾਨ ਕਰਕੇ ਆਪਣੀ ਕਾਇਆ ਵਜਰ ਦੀ ਬਣਾ ਲਈ। ਇਹਨਾਂ ਦੇ ਗੁਰੂ ਸੀ ਮਛੰਦਰਨਾਥ। ਮਛੰਦਰਨਾਥ ਤੋਂ ਵੀ ਅੱਗੇ ਚਲੀ ਗਈ ਖੇਡ ਗੋਰਖਨਾਥ ਦੀ, ਚੇਲੇ ਦੀ, ਉਸਤਾਦ ਨਾਲੋਂ ਗੁਰੂ ਨਾਲੋਂ ਅੱਗੇ ਚਲਾ ਗਿਆ। ਤਾਂ ਇੱਕ ਦਿਨ ਕਹਿਣ ਲੱਗਾ, ਜੀ ਮੈਂ ਵਜਰ ਕਾਇਆ ਬਣਾ ਲਈ ਆਪਣੀ, ਤੇ ਹੁਣ ਇਹਦੀ ਪਰਖ ਕਿਵੇਂ ਹੋਵੇ? ਉਹ ਕਹਿਣ ਲੱਗੇ ਵੀ ਤੇਰੀ ਕਾਇਆ ਵਜਰ ਹੋ ਗਈ ਹੈ, ਤੇਰੀ ਵਜਰ ਕਾਇਆ ਦੀ ਪਰਖ ਉਹ ਕਰ ਸਕਦਾ ਜਿਹਦੇ ਕੋਲ ਦਿਵਿਆ ਕਾਇਆ ਹੈ। ਤੇਰੇ ਤੋਂ ਉੱਚਾ ਹੋਵੇਗਾ ਉਹ ਤਾਂ ਤੈਨੂੰ ਪਰਖ ਸਕਦਾ ਨਾ। ਜਿਹੜਾ ਤੇਰੇ ਤੋਂ ਛੋਟਾ ਜਾਂ ਬਰਾਬਰ ਦਾ ਹੋਵੇਗਾ ਉਹ ਨਹੀਂ ਪਰਖ ਸਕਦਾ। ਜਿਹੜਾ ਤੇਰੇ ਤੋਂ ਵੀ 2 ਰੱਤੀਆਂ ਉੱਤੇ ਹੋਵੇ ਉਹੀ ਪਰਖੇਗਾ ਨਾ। ਤੇਰੇ ਤੋਂ ਵੱਧ ਸਾਧਨਾ ਹੋਵੇਗੀ ਜਿਸ ਦੀ। ਕਹਿੰਦਾ, ਜੀ ਫਿਰ ਦੱਸੋ ਕਿਹਦੇ ਕੋਲ ਜਾਵਾਂ? ਮਛੰਦਰਨਾਥ ਨੇ ਆਖਿਆ ਕਿ ਇੱਕ ਮਹਾਤਮਾ ਹਨ ਮਹਾਰਾਸ਼ਟਰ ਵਿੱਚ। ਉਹ ਮਹਾਤਮਾ, ਉਹਨਾਂ ਦੀ ਕਾਇਆ ਦਿਵਿਆ ਹੈ ਔਰ ਗ੍ਰਸਤੀ ਨੇ। ਉਹ ਕਹਿਣ ਲੱਗਾ ਵੀ ਗ੍ਰਸਤੀ ਵੀ ਇਹੋ ਜਿਹੀ ਪਦਵੀ ਤੱਕ ਪਹੁੰਚਦੇ। ਕਹਿੰਦੇ ਤੂੰ ਜਾ ਕੇ ਵੇਖ ਲੈ। ਗੋਰਖਨਾਥ ਜੀ ਉਹਦੇ ਕੋਲ ਗਏ। ਉਹ ਗ੍ਰਸਤੀ ਮਹਾਤਮਾ ਸਨ, ਬੜੀ ਉੱਚੀ ਖੇਡ ਤੱਕ ਪਹੁੰਚੇ ਹੋਏ। ਕਹਿਣ ਲੱਗਾ, ਮਹਾਰਾਜ ਮੇਰੇ ਗੁਰੂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਵੀ ਤੁਸੀਂ ਮੇਰੀ ਵਜਰ ਕਾਇਆ ਦੀ ਪਰਖ ਕਰੋ ਵੀ ਮੇਰੀ ਕਾਇਆ ਵਜਰ ਹੋ ਗਈ ਹੈ। ਉਹ ਕਹਿਣ ਲੱਗੇ ਵੀ ਮੈਂ ਕਿਵੇਂ ਪਰਖ ਕਰ ਸਕਦਾ, ਵੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪਰਖਣਾ। ਉਹ ਕਹਿੰਦੇ ਵੀ ਮੈਂ ਦੱਸ ਦਿੰਦਾ ਵੀ ਇੱਕ ਤੁਸੀਂ ਤਲਵਾਰ ਤੇ ਤਲਵਾਰ ਦਾ ਵਾਰ ਮੇਰੇ ਸਰੀਰ ਤੇ ਕਰੋ। ਜੇ ਸਰੀਰ ਕੱਟਿਆ ਗਿਆ ਇਹਦਾ ਮਤਲਬ ਵੀ ਇਹ ਸਰੀਰ ਵਜਰ ਕਾਇਆ ਨਹੀਂ ਹੋਈ। ਜੇ ਨਾ ਕੱਟਿਆ ਗਿਆ ਤਾਂ ਫਿਰ ਸਮਝ ਲਵਾਂਗੇ ਵਜਰ ਕਾਇਆ ਹੋ ਗਈ। ਕਹਿੰਦੇ ਠੀਕ ਹੈ। ਉਸ ਮਹਾਤਮਾ ਨੇ ਤਲਵਾਰ ਮੰਗਾਈ ਤੇ ਗੋਰਖਨਾਥ ਦੇ ਸਰੀਰ ਤੇ ਤਲਵਾਰ ਦਾ ਵਾਰ ਕੀਤਾ, ਤੇ ਜਿਵੇਂ ਪੱਥਰ 'ਚ ਤਲਵਾਰ ਵੱਜ ਕੇ ਬੁੜਕ ਕੇ ਆਉਂਦੀ ਹੈ ਨਾ, ਏਦਾਂ ਗੋਰਖਨਾਥ ਦੇ ਸਰੀਰ ਨੂੰ ਤਲਵਾਰ ਵੱਜੀ ਤੇ ਉਹਦਾ ਕੁਝ ਵੀ ਨਹੀਂ ਵਿਗੜਿਆ। ਕਹਿਣ ਲੱਗੇ ਵੀ ਤੇਰੀ ਕਾਇਆ ਵਜਰ ਕਾਇਆ ਹੋ ਗਈ ਹੈ। ਕਹਿਣ ਲੱਗੇ, ਮਹਾਂਪੁਰਸ਼ੋ ਤੁਸੀਂ ਮੇਰੀ ਵਜਰ ਕਾਇਆ ਦੀ ਪਰਖ ਤਾਂ ਕੀਤੀ ਹੈ ਕਿਉਂਕਿ ਤੁਸੀਂ ਮੇਰੇ ਤੋਂ ਅੱਗੇ ਹੋ, ਤੁਹਾਡੇ ਕੋਲ ਦਿਵਿਆ ਕਾਇਆ। ਉਹ ਕਹਿੰਦੇ ਮੈਨੂੰ ਤਾਂ ਨਹੀਂ ਪਤਾ, ਵੀ ਮੈਂ ਤਾਂ ਗ੍ਰਸਤੀ ਹਾਂ, ਰੱਬ ਰੱਬ ਕਰਦਾ, ਦਿਵਿਆ ਕਾਇਆ ਹੈ ਕਿ ਨਹੀਂ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ। ਕਹਿੰਦੇ ਵੀ ਉਹਦੀ ਪਰਖ ਅਸੀਂ ਕਰ ਲੈਂਦੇ ਹਾਂ। ਗੋਰਖਨਾਥ ਕਹਿੰਦਾ ਉਹੀ ਤਲਵਾਰ ਫੜੀ, ਤਲਵਾਰ ਦਾ ਵਾਰ ਕੀਤਾ। ਜਿਵੇਂ ਕਿਸੇ ਰੋਸ਼ਨੀ ਨੂੰ ਤਲਵਾਰ ਕੱਟ ਕੇ ਚਲੀ ਜਾਂਦੀ ਹੈ ਤੇ ਰੋਸ਼ਨੀ ਦਾ ਕੁਝ ਨਹੀਂ ਵਿਗੜਦਾ, ਏਦਾਂ ਉਹਨਾਂ ਦੇ ਸਰੀਰ ਵਿੱਚੋਂ ਤਲਵਾਰ ਆਰ ਪਾਰ ਹੋ ਗਈ, ਪਰ ਉਹ ਮਹਾਂਪੁਰਸ਼ਾਂ ਦਾ ਸਰੀਰ ਉਸੇ ਤਰ੍ਹਾਂ ਦਾ ਹੈ। ਉਹਨੂੰ ਦਿਵਿਆ ਕਾਇਆ ਕਹਿੰਦੇ।
ਵਜਰ ਕਾਇਆ ਔਰ ਦਿਵਿਆ ਕਾਇਆ, ਇਹ ਸਾਧਨਾ ਨਾਲ ਹੋ ਜਾਂਦੀ। ਜਿਹੜਾ ਕੋਈ ਸਾਧਨਾ ਕਰਦਾ ਹੈ ਤੇ ਇੱਕ ਦਿਨ ਵਜਰ ਕਾਇਆ ਵੀ ਹੋ ਜਾਂਦੀ, ਇੱਕ ਸਾਧਨਾ ਕਰਦਿਆਂ ਜਦੋਂ ਦਿਵਿਆ ਕਾਇਆ ਹੋ ਜਾਂਦੀ, ਜਿਹਨੂੰ ਆਪਾਂ ਦੇਵ ਰੂਪ ਕਹਿੰਦੇ ਆ, ਉਹ ਫਿਰ ਦੇਵ ਰੂਪ ਹੋ ਕੇ ਸਾਰੀ ਪ੍ਰਕਿਰਤੀ ਵਿੱਚ ਫਿਰਦੇ ਆ। ਐਸੇ ਦਿਵਿਆ ਕਾਇਆ ਵਾਲੇ ਮਹਾਪੁਰਸ਼ ਅਨੇਕਾਂ ਹੀ ਨੇ ਜਿਹੜੇ ਇਸ ਸੂਖਮ ਵਰਤਾਰੇ ਵਿੱਚ, ਸੂਖਮ ਮੰਡਲ ਦੇ ਵਿੱਚ ਵਰਤਦੇ ਆ। ਜੇ ਉਹ ਨਾ ਹੋਣ ਤਾਂ ਇਹ ਪ੍ਰਕਿਰਤੀ ਕਦੋਂ ਦੀ ਵਿਗੜ ਕੇ ਖਤਮ ਹੋ ਜਾਂਦੀ। ਉਹ ਦਿਵਿਆ ਕਾਇਆ ਮਹਾਤਮਾ ਜਿਨ੍ਹਾਂ ਦੀਆਂ ਕਾਇਆ ਦਿਵਿਆ ਸਵਰੂਪ ਹੋ ਗਈਆਂ, ਉਹ ਫਿਰ ਸदैव ਹੀ ਕਾਲ ਲਈ ਸਥਿਰ ਹੋ ਜਾਂਦੀਆਂ ਹਨ। ਉਹ ਮਹਾਂਪੁਰਸ਼ ਮਹਾਤਮਾ ਸੂਖਮ ਰੂਪ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਇਦਾਂ ਨਹੀਂ ਵੀ ਭਟਕਦੇ ਫਿਰਦੇ ਆ ਜਿਵੇਂ ਭੂਤ ਪ੍ਰੇਤ ਭਟਕਦੇ ਆ। ਉਹ ਦਿਵਿਆ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਆ ਉਹਦੇ ਵਿੱਚ ਵਰਤਦੇ ਹਨ। ਇਹ ਕੁਝ ਬਚਨ ਐਸੇ ਹੁੰਦੇ ਆ ਕਿ ਜਦੋਂ ਵਿਸਥਾਰ ਸਹਿਤ ਕਰੀਏ ਤੇ ਕਈਆਂ ਦੇ ਹਿਰਦੇ ਸ਼ੰਕਾਗ੍ਰਸਤ ਵੀ ਹੋ ਜਾਂਦੇ ਆ, ਕਿਉਂਕਿ ਅੱਜ ਕੱਲ੍ਹ ਤਰਕ ਦਾ ਯੁੱਗ ਜ਼ਿਆਦਾ ਹੈ ਤੇ ਤਰਕ ਕਰਕੇ ਹਰ ਇੱਕ ਚੀਜ਼ ਨੂੰ ਖੰਡੀ ਜਾਣਾ, ਭੰਡੀ ਜਾਣਾ, ਇਹ ਸੁਭਾਅ ਬਣ ਗਿਆ ਲੋਕਾਂ ਦਾ, ਕਿਉਂਕਿ ਪਦਾਰਥਵਾਦੀ ਬਿਰਤੀ ਹੈ। ਇਹ ਸੂਖਮਦਰਸ਼ੀ ਬਾਤਾਂ ਹਨ। ਤੋ ਗ੍ਰਸਤੀ ਸੀ ਉਹ ਮਹਾਂਪੁਰਸ਼ ਜਿਹੜੇ ਇਹੋ ਜਿਹੀ ਅਵਸਥਾ ਤੱਕ ਪਹੁੰਚ ਗਏ। ਕਿਤਨੇ ਕਿਤਨੇ ਮਹਾਤਮਾ ਸਿੱਖ ਪੰਥ ਵਿੱਚ, ਸੰਤ ਗਿਆਨੀ ਗੁਰਬਚਨ ਸਿੰਘ ਜੀ ਜੈਸੇ ਮਹਾਂਪੁਰਸ਼, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੈਸੇ ਮਹਾਤਮਾ ਗ੍ਰਸਤ ਆਸ਼ਰਮ ਵਿੱਚ ਨੇ, ਤੇ ਗ੍ਰਸਤ ਆਸ਼ਰਮ 'ਚ ਵੀ ਕੈਸੀ ਉੱਚੀ ਪਦਵੀ ਤੇ ਪਹੁੰਚੇ ਹਨ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕੋਈ ਅਵਸਥਾ ਦੀ ਖੇਡ ਕੋਈ ਆਪਾਂ ਵਰਣਨ ਕਰ ਸਕਦੇ ਹਾਂ ਵੀ ਕਿੱਥੇ ਪਹੁੰਚੇ ਹੋਏ ਸੀ ਉਹ। ਧੰਨ ਬਾਬਾ ਬੁੱਢਾ ਸਾਹਿਬ ਜੀ ਗ੍ਰਸਤੀ ਨੇ, ਗ੍ਰਸਤ ਆਸ਼ਰਮ ਧਾਰਨ ਕੀਤਾ, ਪਰ ਗ੍ਰਸਤ ਆਸ਼ਰਮ ਨਾਲ ਉਹਨਾਂ ਨੇ ਆਪਣੀ ਮਰਿਆਦਾ ਰੱਖੀ। ਨਿਤਨੇਮ ਕਰਨਾ, ਗੁਰੂ ਸਾਹਿਬ ਦੀ ਸੇਵਾ ਟਹਿਲ ਕਰਨੀ, ਸਾਰਾ ਜੀਵਨ ਬਾਬਾ ਬੁੱਢਾ ਜੀ ਨੇ ਬੀੜ ਵਿੱਚ ਰਹਿੰਦਿਆਂ ਬਤੀਤ ਕੀਤਾ। ਗੁਰੂ ਸਾਹਿਬ ਜੀ ਦੇ ਖੇਤਾਂ 'ਚ ਖੇਤੀ ਕਰਾਉਂਦੇ ਰਹੇ ਧੰਨ ਬਾਬਾ ਬੁੱਢਾ ਸਾਹਿਬ ਜੀ। ਤੋ ਅਸੀਂ ਕਹਿ ਦਿੰਦੇ ਹਾਂ ਜੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਜੀ ਭਜਨ ਕਰਨ ਦਾ, ਗੁਰਦੁਆਰੇ ਜਾਣ ਦਾ। ਤੇ ਖਾਲਸਾ ਜੀ ਜਿਹੜੇ ਗ੍ਰਸਤੀ ਨੇ ਕਦੇ ਗੁਰੂ ਘਰ ਨਹੀਂ ਆਉਣਾ, ਜਿਹੜੇ ਗ੍ਰਸਤੀ ਨੇ ਕਦੇ ਸਤਿਗੁਰਾਂ ਵਾਸਤੇ ਸਮਾਂ ਨਹੀਂ ਕੱਢਣਾ, ਬਾਣੀ ਪੜ੍ਹਨ ਵਾਸਤੇ ਸਮਾਂ ਨਹੀਂ ਕੱਢਣਾ, ਉਹ ਗ੍ਰਸਤੀ ਪ੍ਰਵਾਨ ਨਹੀਂ। ਉਹ ਗ੍ਰਸਤੀ ਦੀ ਜ਼ਿੰਦਗੀ ਤਾਂ ਪਸ਼ੂਆਂ ਦੇ ਸਮਾਨ ਕਹਿ ਸਕਦੇ ਹਾਂ ਵੀ ਉਹ ਵੀ ਬੱਚੇ ਪੈਦਾ ਕਰ ਰਿਹਾ ਤੇ ਜਾਨਵਰ ਤੇ ਪਸ਼ੂ ਵੀ ਬੱਚੇ ਪੈਦਾ ਕਰ ਰਿਹਾ, ਬਸ ਇੰਨਾ ਕੀ ਕੰਮ ਹੈ। ਗ੍ਰਸਤੀ ਉਹੀ ਪ੍ਰਵਾਨ ਹੈ ਜਿਹੜਾ ਆਪਣੇ ਜੀਵਨ ਦੇ ਰੁਝੇਵੇਂ ਵਿੱਚੋਂ ਘੱਟੋ ਘੱਟ, ਵੱਧ ਤੋਂ ਵੱਧ ਜਿੰਨਾ ਹੋ ਸਕੇ 24 ਘੰਟਿਆਂ ਵਿੱਚੋਂ ਘੱਟੋ ਘੱਟ 2.5 ਘੰਟੇ ਗੁਰੂ ਸਾਹਿਬ ਦੇ ਨਿਮਿੱਤ ਕੱਢੇ। ਸਵੇਰੇ ਘੰਟਾ ਸਵਾ ਘੰਟਾ ਸਵੇਰੇ ਮਹਾਰਾਜ ਜੀ ਦੇ ਚਰਨਾਂ 'ਚ ਆਵੇ, ਘੰਟਾ ਸਵਾ ਘੰਟਾ ਸ਼ਾਮ ਨੂੰ ਆਵੇ। ਆਪ ਜੀ ਦੇ ਵੱਡੇ ਭਾਗ ਨੇ, ਗੁਰੂ ਸਾਹਿਬ ਦੀ ਕਥਾ ਸੁਣਨ ਦੇ ਬਹਾਨੇ ਆਪ ਜੀ ਗੁਰੂ ਚਰਨਾਂ 'ਚ ਜੁੜ ਜਾਂਦੇ ਹੋ। ਘੰਟਾ ਸਵਾ ਘੰਟਾ ਗੁਰੂ ਸਾਹਿਬ ਜੀ ਦੇ ਲੇਖੇ ਲੱਗ ਜਾਂਦਾ। ਇਹ ਜਿਹੜਾ ਸਮਾਂ ਗੁਰੂ ਸਾਹਿਬ ਦੇ ਲੇਖੇ ਲੱਗ ਰਿਹਾ ਖਾਲਸਾ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੱਚਖੰਡ 'ਚ ਹਾਜ਼ਰੀਆਂ ਲੱਗ ਰਹੀਆਂ ਹਨ। ਸਤਿ ਸ੍ਰੀ ਅਕਾਲ। ਉਰੇ ਸਮਾਂ ਜਾਈ ਨਹੀਂ ਹੈ। ਇਹ ਘੰਟਾ ਸਵਾ ਘੰਟਾ ਜਿੰਨਾ 2 ਘੰਟੇ ਕਈ ਸੰਗਤਾਂ ਨੇ ਰਹਿਰਾਸ ਸਾਹਿਬ ਤੱਕ ਦੇ ਪਾਠ ਸੁਣਨ ਤੱਕ ਇੱਥੇ ਹਾਜ਼ਰੀ ਭਰਨੀ ਹੈ। ਜਿੰਨਾ ਸਮਾਂ ਗੁਰੂ ਸਾਹਿਬ ਜੀ ਦੇ ਲੇਖੇ ਲੱਗਣਾ ਸਾਡੇ ਗ੍ਰਸਤੀਆਂ ਦਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਲੇਖੇ ਲਾ ਕੇ ਆਪਣੀਆਂ ਬਰਕਤਾਂ ਦੇ ਕੇ ਨਿਵਾਜਣਾ ਹੈ। ਇਹ ਸਮਾਂ ਸਾਨੂੰ ਲਾਭ ਦਿੰਦਾ ਹੈ। ਉਰੇ ਲਾਭ ਤੁਸੀਂ ਕਿਸੇ ਪੈਮਾਨੇ 'ਚ ਮਾਪ ਨਹੀਂ ਸਕਦੇ, ਇਹਨੂੰ ਤੁਸੀਂ ਕਿਸੇ ਪੈਮਾਨੇ 'ਚ ਨਹੀਂ ਮਾਪ ਸਕਦੇ। ਇਹਦਾ ਕੀ ਮੁੱਲ ਹੈ, ਇਹਦਾ ਮੁੱਲ ਨਹੀਂ ਪਾ ਸਕਦੇ ਅਸੀਂ, ਜਿਹੜਾ ਲਾਭ ਸਤਿਗੁਰਾਂ ਦੀ ਸੰਗਤ ਵਿੱਚ ਬੈਠਿਆਂ ਸਾਨੂੰ ਹੁਣ ਪ੍ਰਾਪਤ ਹੋ ਰਿਹਾ ਹੈ। ਤੋ ਗ੍ਰਸਤੀ ਭਾਈ ਗੁਰਦਾਸ ਜੀ ਦਾ ਬਚਨ ਹੈ, ਉਹ ਕਹਿੰਦੇ ਕਿਸ਼ਤੀ ਦੇ ਉੱਤੇ ਭਾਰ ਲੱਦਿਆ ਹੋਵੇ, ਜੇ ਉਹ 4 ਉਂਗਲਾਂ ਪਾਣੀ ਚੋਂ ਬਾਹਰ ਰਵੇ ਤੇ ਤਰ ਜਾਂਦੀ ਹੈ, ਜੇ 4 ਉਂਗਲਾਂ ਵੀ ਨਾ ਬਾਹਰ ਰਵੇ ਤੇ ਡੁੱਬ ਜਾਂਦੀ ਹੈ। ਉੱਤੇ ਵਜਨ ਹੀ ਪਾਈ ਜੋ 4 ਉਂਗਲਾਂ ਵੀ ਨਾ ਰਹਿਣ ਦਿਓ ਤੇ ਡੁੱਬਣੀ ਆ ਨਾ। ਗ੍ਰਸਤੀ ਦੀ ਜ਼ਿੰਦਗੀ ਕਿਸ਼ਤੀ ਵਾਂਗੂ ਹੈ। ਸਾਡੀਆਂ ਜ਼ਿੰਮੇਵਾਰੀਆਂ ਪਰਿਵਾਰਾਂ ਦੀਆਂ, ਕੰਮਾਂ ਧੰਦਿਆਂ ਦੀਆਂ, ਉੱਪਰ ਭਾਰ ਹੈ, ਉਹ ਕਿਸ਼ਤੀ ਹੈ ਸਾਡੀ। ਜੇ ਵਿੱਚੋਂ 4-8 ਉਂਗਲਾਂ ਬਾਹਰ ਰਹਾਂਗੇ, ਯਾਨੀ ਕਿ ਸੰਗਤ ਵਾਸਤੇ ਸਮਾਂ ਕੱਢਾਂਗੇ, 4 ਘੜੀਆਂ 5 ਘੜੀਆਂ ਗੁਰੂ ਸਾਹਿਬ ਦੀ ਸੰਗਤ ਵਿੱਚ ਆਵਾਂਗੇ ਤੇ ਫਿਰ ਅਸੀਂ ਵੀ ਤਰ ਜਾਵਾਂਗੇ। ਤੇ ਜੇ 4 ਘੜੀਆਂ ਵੀ ਗੁਰੂ ਕੀ ਸੰਗਤ ਵਾਸਤੇ ਨਾ ਕੱਢੀਆਂ ਤੇ ਫਿਰ ਅੱਜ ਵੀ ਡੁੱਬੇ ਤੇ ਕੱਲ ਵੀ ਡੁੱਬੇ।
ਇਸ ਕਰਕੇ ਸੰਗਤ ਕਰਨੀ ਹਰ ਇੱਕ ਗ੍ਰਸਤੀ ਵਾਸਤੇ ਜ਼ਰੂਰੀ ਹੈ। ਗ੍ਰਸਤੀ ਕਿਉਂ, ਕੋਈ ਵੀ ਹੋਵੇ, ਹਰ ਇੱਕ ਲਈ, ਚਾਹੇ ਕੋਈ ਸੰਨਿਆਸੀ ਹੈ, ਚਾਹੇ ਕੋਈ ਬੈਰਾਗੀ, ਸਾਰਿਆਂ ਲਈ ਸੰਗਤ ਕਰਨੀ ਜ਼ਰੂਰੀ ਹੈ। ਸਤ ਸੰਗ ਵਿੱਚ ਜੁੜਨਾ ਅਤੀ ਆਵਸ਼ਕ ਹੈ, ਜ਼ਰੂਰੀ ਹੈ। ਮਹਾਰਾਜ ਜੀ ਨੇ ਰਾਜੇ ਕੌਲ ਨਾਭ ਨੂੰ ਇਹ ਪਵਿੱਤਰ ਪਾਵਨ ਉਪਦੇਸ਼ ਦੇ ਕੇ ਨਿਵਾਜਿਆ। ਕੇਤਿਕ ਦਿਵਸ ਨਿਜਪੁਰ ਮਹਿ ਡੇਰਾ। ਰਾਜਾ ਕੌਲ ਨਾਭ ਖੇੜੇ 'ਚ ਖਿੜ ਗਿਆ। ਮਹਾਰਾਜ, ਮੈਂ ਸੋਚਦਾ ਸੀ ਵੀ ਸ਼ਾਇਦ ਗ੍ਰਸਤੀ ਦੀ ਮੁਕਤੀ ਨਹੀਂ ਹੁੰਦੀ। ਇਹ ਪ੍ਰਚਾਰ ਕੀਤਾ ਜਾਂਦਾ ਸੀ ਸਮਾਜ ਵਿੱਚ ਯੋਗੀਆਂ ਵੱਲੋਂ, ਉਹ ਕਹਿੰਦੇ ਗ੍ਰਸਤੀ ਨਹੀਂ ਮੁਕਤ ਹੋ ਸਕਦੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ, ਬੜੇ ਖੂਬ, ਬੜੇ ਸਿਆਣੇ ਹੋ, ਗ੍ਰਸਤੀ ਮੁਕਤ ਨਹੀਂ ਹੋ ਸਕਦੇ। ਉਹਨਾਂ ਦੇ ਘਰ ਦੇ ਟੁੱਕਰ ਖਾ ਕੇ ਤੁਸੀਂ ਮੁਕਤ, ਜਿਨ੍ਹਾਂ ਦੇ ਘਰ ਦਾ ਪ੍ਰਸ਼ਾਦਾ ਛਕ ਕੇ ਤੁਸੀਂ ਬਹਿ ਕੇ ਇੱਥੇ ਚਿਲਮਾਂ ਪੀਂਦੇ ਹੋ, ਭੰਗਾਂ ਪੀਂਦੇ ਹੋ ਤੇ ਸ਼ਰਾਬਾਂ ਦੇ ਪਿਆਲੇ ਪੀ ਕੇ ਮਸਤ ਹੁੰਦੇ ਹੋ, ਜਿਨ੍ਹਾਂ ਦੇ ਘਰ ਦੀ ਧਰਮ ਦੀ ਕਿਰਤ ਦੀ ਕੀਤੀ ਹੋਈ ਮਾਇਆ ਦਾ ਪ੍ਰਸ਼ਾਦਾ ਛਕ ਕੇ ਤੁਸੀਂ ਮੁਕਤ, ਜਿਹੜੇ ਛਕਾਣ ਉਹ ਮੁਕਤ ਨਾ। ਇਹ ਬੜੀ ਖੂਬ ਤੁਹਾਡੀ ਬਿਰਤੀ ਹੈ ਬਈ। ਮਹਾਰਾਜ ਜੀ ਕਹਿੰਦੇ, ਪਾਤਸ਼ਾਹ ਨੇ ਸਪਸ਼ਟ ਕਿਹਾ, ਭਾਂਡਾ ਧੋਏ ਨਾ ਜਾਤਿਓ, ਤੇਰੀ ਮਾਂ ਕੁਚੱਜੀ ਆਹੀ। ਤੁਹਾਡੀ ਮਾਂ ਹੀ ਕੁਚੱਜੀ ਆ। ਗੋਰਖਨਾਥ ਜੀ ਨੇ ਤੁਹਾਨੂੰ ਭਾਂਡਾ ਧੋਣ ਦੀ ਜਾਚ ਨਹੀਂ ਦੱਸੀ। ਚਾਹੇ ਕੋਈ ਗ੍ਰਸਤੀ ਹੈ ਤੇ ਚਾਹੇ ਕੋਈ ਸੰਨਿਆਸੀ ਹੈ, ਮੁਕਤ ਉਹ ਹੀ ਹੋਵੇਗਾ ਜਿਹੜਾ ਪਰਮੇਸ਼ਰ ਦਾ ਭਜਨ ਕਰੇਗਾ। ਜੇ ਕੋਈ ਗ੍ਰਸਤੀ ਭਜਨ ਨਹੀਂ ਕਰਦਾ ਤੇ ਗ੍ਰਸਤੀ ਵੀ ਮੁਕਤ ਨਹੀਂ, ਤੇ ਜੇ ਕੋਈ ਸੰਨਿਆਸੀ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਤੇ ਉਹ ਵੀ ਮੁਕਤ ਨਹੀਂ। ਕਿਉਂਕਿ ਮੁਕਤੀ ਉਸੇ ਨੂੰ ਪ੍ਰਾਪਤ ਹੋਣੀ ਹੈ ਜਿਹੜਾ ਪਰਮੇਸ਼ਰ ਦਾ ਭਜਨ ਕਰੇਗਾ। ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਮਹਾਰਾਜ ਜੀ ਨੇ ਜਦੋਂ ਉਪਦੇਸ਼ ਦਿੱਤਾ, ਰਾਜਾ ਕੌਲ ਨਾਭ ਬੜਾ ਖੁਸ਼ ਹੋਇਆ। ਸਤਿਗੁਰੂ ਜੀ ਨੂੰ ਆਪਣੇ ਮਹਿਲਾਂ 'ਚ ਲੈ ਕੇ ਗਿਆ। ਕੁਝ ਦਿਨ ਸਤਿਗੁਰੂ ਜੀ ਇਹਦੇ ਕੋਲ ਰਹੇ। ਰਾਖਿਓ ਕਰ ਕੈ ਪਾਓ ਕਨੇਰਾ। ਬੜਾ ਭਾਉ ਕਰਕੇ, ਬੜਾ ਪ੍ਰੇਮ ਕਰਕੇ ਨੇ ਸਤਿਗੁਰੂ ਜੀ ਨੂੰ ਆਪਣੇ ਕੋਲ ਰੱਖਿਆ। ਦੇਹ ਉਪਦੇਸ਼ ਦੀਨ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਜੀ ਨੇ ਰਾਜੇ ਕੌਲ ਨਾਭ ਸਮੇਤ ਇੱਥੇ ਜਿੰਨੇ ਲੋਕ ਮਹਾਰਾਜ ਜੀ ਦੀ ਸ਼ਰਨ 'ਚ ਆਏ, ਸਭ ਨੂੰ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਨਿਵਾਜਿਆ। ਸਿਮਰਨ ਲਾਗਿਓ ਕਰਨ ਨਰੇਸ਼ਾ। ਭਾਦਰ ਖੰਡ ਦੇ ਜਿੰਨੇ ਲੋਕ ਸਨ, ਰਾਜੇ ਸਮੇਤ ਸਭ ਸਿਮਰਨ ਕਰਨ ਲੱਗੇ, ਸਭ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨ ਲੱਗੇ। ਸਤਿਗੁਰੂ ਜਿੱਧਰ ਗਏ ਸਭ ਨੂੰ ਭਜਨ ਕਰਨ ਲਾਇਆ। ਚਾਹੇ ਰੋਮ ਗਏ ਯੂਰਪ ਦੇ ਵਿੱਚ, ਚਾਹੇ ਰਸ਼ੀਆ ਤੱਕ ਮਹਾਰਾਜ ਗੁਰੂ ਨਾਨਕ ਸਾਹਿਬ, ਕੋਈ ਧਰਤੀ ਮਾਪੀ ਨਹੀਂ ਜਾ ਸਕਦੀ। ਜਿੱਥੇ ਤੱਕ ਅਸੀਂ ਪਹੁੰਚੇ ਅਸੀਂ ਕਹਿ ਦਿੰਦੇ ਹਾਂ ਵੀ ਇੱਥੇ ਇੱਥੇ ਗਏ। ਜਿੱਥੇ ਤੱਕ ਸਾਡੀ ਪਹੁੰਚ ਨਹੀਂ ਖਾਲਸਾ ਜੀ, ਮਾਪਿਆ ਹੀ ਨਹੀਂ ਜਾ ਸਕਦੀ ਉਹ ਥਾਵਾਂ, ਜਿਨ੍ਹਾਂ ਥਾਵਾਂ ਤੇ ਸਤਿਗੁਰੂ ਜੀ ਗਏ ਔਰ ਸਭ ਨੂੰ ਜਾ ਕੇ ਪਰਮੇਸ਼ਰ ਦਾ ਭਜਨ ਚੇਤੇ ਕਰਾਇਆ। ਰਾਜੇ ਕੌਲ ਨਾਭ ਨੂੰ ਵੀ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਨਿਵਾਜਿਆ। ਇਹ ਵੀ ਪਰਮੇਸ਼ਰ ਦਾ ਭਜਨ ਕਰਨ ਲੱਗਾ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਇਹ ਭਜਨ ਦੇ ਵਿੱਚ ਸੁਰਤ ਜੁੜ ਗਈ ਰਾਜੇ ਕੌਲ ਨਾਭ ਦੀ। ਕਰਨੀ ਭਗਤ ਤਬ ਹੈ ਪ੍ਰਗਟਾਈ। ਮਹਾਰਾਜ ਜੀ ਨੇ ਕਰਨੀ, ਸ਼ੁਭ ਕਰਨੀ ਤੇ ਭਗਤੀ ਪ੍ਰਗਟ ਕੀਤੀ। ਆਖਿਆ ਭਗਤੀ ਤੋਂ ਬਿਨਾਂ ਨਹੀਂ ਗੱਲ ਬਣਨੀ। ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰੰਪਰਾ, ਮੁੱਖ ਪਰੰਪਰਾ ਭਗਤੀ ਪਰੰਪਰਾ ਹੈ। ਬਿਨਾਂ ਭਗਤੀ ਤੋਂ ਗਿਆਨ ਛੂਛਾ ਹੈ, ਖਾਲੀ ਹੈ। ਮਹਾਰਾਜ ਜੀ ਨੇ ਇਹਨਾਂ ਅੰਦਰ ਭਗਤੀ ਭਾਵਨਾ ਪੈਦਾ ਕੀਤੀ। ਗੁਰ ਸਿੱਖੀ ਕੀ ਰੀਤ ਚਲਾਈ। ਗੁਰੂ ਕੀ ਸਿੱਖੀ ਦੀ ਰੀਤ ਮਰਜ਼ਾਦਾ ਸਤਿਗੁਰੂ ਜੀ ਨੇ ਚਲਾਈ। ਪਿਤਾ ਹੋਏ ਗਮਨੇ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ
ਇਥੋਂ ਵਿਦਾ ਹੋ ਕੇ ਚੱਲ ਪਏ। ਮਰਦਾਨੇ ਸੋ ਬੋਲੇ ਬਾਨੀ। ਭੱਦਰਖੰਡ ਤੋਂ ਚੱਲ ਕੇ ਮਹਾਰਾਜ ਜੀ ਮਰਦਾਨੇ ਨੂੰ ਕਹਿਣ ਲੱਗੇ, ਅਸ਼ਟ ਖੰਡ ਇਹ ਤੁਝੈ ਦਿਖਾਏ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਲੈ 8 ਖੰਡ ਤੈਨੂੰ ਵਿਖਾ ਦਿੱਤੇ, ਕੇਤਮਾਲ ਜਾਂ ਪਿੱਛੇ ਹੁਰੂ ਖੰਡ, ਕੁਰੂ ਖੰਡ, ਭੱਦਰਖੰਡ। ਮਹਾਰਾਜ ਜੀ ਕਹਿੰਦੇ ਇਹ ਖੰਡ ਤੈਨੂੰ 8 ਖੰਡ ਵਿਖਾ ਦਿੱਤੇ ਨੇ। ਨੌਵੇਂ ਭਾਰਤ ਖੰਡ ਗਿਨਾਏ। 9ਵਾਂ ਭਾਰਤ ਖੰਡ ਹੈ ਉਹ ਤੈਨੂੰ ਗਿਣਾ ਕੇ ਵਿਖਾਈਏ। ਚੱਲ ਕਰ ਅਬੈ ਦਿਖਾਵੈ ਉਹੀ। ਚੱਲ ਮਰਦਾਨਿਆ ਭਾਰਤ ਖੰਡ ਦਾ ਜਿਹੜਾ ਮੁੱਖ ਹਿੱਸਾ ਹੈ ਉਹ ਤੈਨੂੰ ਚੱਲ ਕੇ ਵਿਖਾਈਏ। ਜਹ ਪਰਿਵਾਰ ਸਦਨ ਹੈ ਤੋਹੀ। ਉਸ ਭਾਰਤ ਖੰਡ ਵਿੱਚ ਤੈਨੂੰ ਲੈ ਚੱਲੀਏ ਜਿੱਥੇ ਤੇਰਾ ਪਰਿਵਾਰ ਵੀ ਹੈ, ਤੇਰਾ ਘਰ ਵੀ ਹੈ। ਸੁਣ ਮਰਦਾਨੇ ਪੁਨ ਬਚ ਭਾਖਾ। ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ, ਚਲੋ ਪ੍ਰਭੂ ਜਿਤ ਕੋ ਅਭਿਲਾਖਾ। ਮਹਾਰਾਜ ਜਿੱਧਰ ਜਾਣ ਦੀ ਇੱਛਾ ਚਲੋ ਮਹਾਰਾਜ, ਮੈਂ ਤਾਂ ਪਿੱਛੇ ਪਿੱਛੇ ਹੀ ਟੁਰਨਾ ਆਪ ਜੀ ਦੇ। ਪਾਤਸ਼ਾਹ ਆਪ ਜੀ ਨੇ ਮੂਹਰੇ ਟੁਰਨਾ, ਜਿੱਧਰ ਚੱਲੋਗੇ ਮਹਾਰਾਜ ਆਪ ਜੀ ਦੇ ਪਿੱਛੇ ਹਾਂ। ਤੁਮ ਕਰੁਣਾ ਤੇ ਪਿਖੇ ਸਥਾਨਾ। ਤੁਹਾਡੀ ਕਿਰਪਾ ਨਾਲ ਇਹ ਸਾਰੀਆਂ ਥਾਵਾਂ ਵੇਖ ਰਹੇ ਆ ਮਹਾਰਾਜ, ਇਹ ਸਾਰੇ ਸਥਾਨ ਤੁਹਾਡੀ ਦਇਆ ਨਾਲ ਵੇਖ ਰਹੇ ਆ। ਨਤ ਹਮਸੇ ਜੰਤਨ ਕਹਿ ਜਾਣਾ। ਨਹੀਂ ਤਾਂ ਮੇਰੇ ਵਰਗੇ ਤੁੱਛ ਜੇ ਜਨਤਾ ਨੇ ਕਿੱਥੇ ਵੇਖਣੀਆਂ ਸੀ ਥਾਵਾਂ ਮਹਾਰਾਜ। ਉਹ ਕਿੱਥੇ ਧਰੂ ਤੱਕ ਪ੍ਰਹਿਲਾਦ ਤੱਕ ਦੇ ਘਰ ਆਪ ਜੀ ਨੇ ਵਿਖਾਏ ਆ ਸਾਨੂੰ। ਸਿੰਗਲਾ ਦੀਪ ਦੇ ਟਾਪੂ ਤੱਕ ਦਾ ਇਲਾਕਾ, ਜੰਬੂ ਦੀਪ ਦਾ ਇਲਾਕਾ, ਉਹ ਅਸਾਮ, ਭੂਟਾਨ, ਤਿੱਬਤ, ਚੀਨ ਤੱਕ ਦਾ ਇਲਾਕਾ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਕੇ ਵਿਖਾਇਆ। ਜਗਨਨਾਥਪੁਰੀ ਤੱਕ ਇਹ ਮੇਰੇ ਸਤਿਗੁਰੂ ਤੁਹਾਡੀ ਦਇਆ। ਨਹੀਂ ਤਾਂ ਸਾਡੇ ਵਰਗੇ ਜਨਤਾ ਨੇ ਤਾਂ ਮਹਾਰਾਜ ਜੀ ਤਲਵੰਡੀ ਤੋਂ ਨਹੀਂ ਸੀ ਨਿਕਲਣਾ। ਸਾਡੇ ਲਈ ਤਾਂ ਉਹੀ ਸਾਰਾ ਕੁਝ ਹੋ ਜਾਣਾ ਸੀ ਵੀ ਉਹੀ ਸਾਡਾ ਸਾਰਾ ਸੰਸਾਰ ਹੈ। ਇਹ ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਹੈ ਕਿ ਤੁਹਾਡੀ ਕਿਰਪਾ ਨਾਲ ਅਸੀਂ ਸਾਰੇ ਪਾਸੇ ਮਹਾਰਾਜ ਜੀ ਯਾਤਰਾ ਕਰ ਲਈ। ਵੇਖੋ ਸਤਿਗੁਰਾਂ ਨੇ ਕਿੱਡਾ ਤਰਸ ਕੀਤਾ। ਗੁਰਸਿੱਖ ਸਤਿਗੁਰਾਂ ਦੇ ਸਥਾਨਾਂ ਦੀ ਯਾਤਰਾ ਦੇ ਬਹਾਨੇ ਕਿੱਥੇ ਕਿੱਥੇ ਜਾ ਆਉਂਦੇ ਆਪਾਂ। ਕਿੱਥੇ ਆਪਾਂ ਜਾਣਾ ਸੀ ਹੇਮਕੁੰਟ ਸਾਹਿਬ, ਜੇ ਕਲਗੀਧਰ ਉੱਥੇ ਚਰਨ ਨਾ ਪਾਉਂਦੇ। ਹਜੂਰ ਸਾਹਿਬ ਕਿੱਥੇ ਜਾਣਾ ਸੀ ਅਸਾਂ, ਕਿੱਥੇ ਪਟਨਾ ਸਾਹਿਬ ਦੇ ਦਰਸ਼ਨ ਕਰਨੇ ਸੀ, ਕਿੱਥੇ ਜਗਨਨਾਥਪੁਰੀ ਦੇ। ਆ ਤਾਮਿਲਨਾਡੂ ਚ ਹੁਣੇ ਸਿੰਘ ਦੱਸਦਾ ਸੀ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਗੁਰੂ ਨਾਨਕ ਧਾਮ, ਉੱਥੇ ਤੱਕ ਸੰਗਤਾਂ ਜਾਂਦੀਆਂ। ਉਹ ਅਸਾਮ ਤੋਂ ਪਰੇ ਦਰਿਆ ਦੇ ਕੰਢੇ ਧੋਬੜੀ ਸਾਹਿਬ 9ਵੇਂ ਪਾਤਸ਼ਾਹ ਚਰਨ ਪਾਏ, ਗੁਰੂ ਨਾਨਕ ਸਾਹਿਬ ਉਸ ਇਲਾਕੇ ਚ ਆਏ। ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਵੀ ਚੱਕਰਵਰਤੀ ਬਣਾਇਆ। ਚੱਕਰਵਰਤੀ ਬਣਾਇਆ ਵੀ ਤੁਸੀਂ ਵੀ ਫੈਲ ਲਓ, ਸਾਰੇ ਪਾਸੇ ਵਿਚਰੋ, ਦਰਸ਼ਨ ਪਰਸ਼ਨ ਕਰੋ ਪ੍ਰਮਾਤਮਾ ਦੀ ਬਣਾਈ ਕੁਦਰਤ ਦੇ, ਤੇ ਨਾਲੇ ਬੋਲ ਬਾਲੇ ਹੋਣਗੇ ਪੰਥ ਦੇ। ਜਦੋਂ ਸਿੱਖ ਜਾਂਦੇ ਆ ਮਹਾਰਾਜ ਜੀ ਦੇ ਬਹੁਤ ਸਾਰੇ ਇਲਾਕਿਆਂ 'ਚ ਸਤਿਗੁਰਾਂ ਦੇ ਸਥਾਨ ਐਸੇ ਨੇ ਜਿੱਥੇ ਕੇਵਲ ਗੁਰੂ ਘਰ ਵਿੱਚ ਹੀ ਜਿਹੜੇ ਗ੍ਰੰਥੀ ਸਿੰਘ ਸੇਵਾਵਾਂ ਨਿਭਾਉਂਦੇ ਉਹ ਸਿੱਖ ਨੇ, ਬਾਕੀ ਆਲੇ ਦੁਆਲੇ ਕੋਈ ਸਿੱਖਾਂ ਦਾ ਪਰਿਵਾਰ ਨਹੀਂ। ਜਦੋਂ ਸੰਗਤਾਂ ਉੱਥੇ ਦਰਸ਼ਨਾਂ ਨੂੰ ਜਾਂਦੀਆਂ ਲੋਕ ਵੇਖਦੇ ਆ ਸਾਡਾ ਰਹਿਣ ਸਹਿਣ, ਕਿੱਡਾ ਪ੍ਰਚਾਰ ਹੁੰਦਾ ਸਤਿਗੁਰਾਂ ਦਾ। ਇਹ ਵੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਭਾਈ ਮਰਦਾਨਾ ਜੀ ਜਿਹੜੀ ਗੱਲ ਕਹਿ ਰਹੇ ਨੇ ਇਹ ਸਾਡੇ ਸਾਰਿਆਂ ਤੇ ਲਾਗੂ ਹੁੰਦੀ। ਮਹਾਰਾਜ ਜੀ ਨੇ ਤਾਂ ਸਾਡੇ ਵਰਗੇ ਜਨਤਾ ਨੇ ਕਿੱਥੇ ਸਾਰੇ ਪਾਸੇ ਮਹਾਰਾਜ ਜੀ ਵਿਚਰਨਾ ਸੀ। ਇਹ ਤੁਹਾਡੀ ਕਿਰਪਾ ਨਾਲ ਸਾਰੇ ਸਥਾਨਾਂ ਦੇ ਨੇੜੇ ਤੇੜੇ ਤੁਸੀਂ ਆਪ ਜੀ ਸਾਨੂੰ ਲੈ ਆਏ ਹੋ। ਕਿੰਨੇ ਸਥਾਨਾਂ ਦੀ, ਨਹੀਂ ਤਾਂ ਅਸੀਂ ਕਿੱਥੇ ਪਟਿਆਲਿਓਂ ਬਾਹਰ ਨਿਕਲਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਰਸ ਹੈ। ਹਜ਼ੂਰ ਸਾਹਿਬ ਵੀ ਸਾਲ 'ਚ ਕਈ ਗੁਰਮੁਖ ਪਿਆਰੇ 2-2 4-4 ਵਾਰੀ ਵੀ ਹਾਜ਼ਰੀਆਂ ਭਰ ਆਉਂਦੇ ਆ। ਦਰਬਾਰ ਸਾਹਿਬ ਹਾਜ਼ਰੀਆਂ ਭਰ ਆਉਂਦੇ ਆ। ਮਹਾਰਾਜ ਜੀ ਦੇ ਸਥਾਨਾਂ ਦੀਆਂ ਯਾਤਰਾਵਾਂ ਕਰਦੇ ਆ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਹੈ ਸੰਭਵ। ਹਾਂਜੀ, ਇਸ ਪ੍ਰਕਾਰ ਬੋਲਤ ਬਿਗਸਾਏ। ਏਦਾਂ ਮਹਾਰਾਜ ਜੀ ਨਾਲ ਬਚਨ ਬਿਲਾਸ ਕਰਦੇ ਭਾਈ ਮਰਦਾਨਾ ਜੀ ਨਾਲ ਨਾਲ ਆਉਂਦੇ ਭਾਈ ਬਾਲਾ ਜੀ। ਤਤ ਛਿਨ ਜੰਮੂਪੁਰ ਮਹਿ ਆਏ। ਚਲਦਿਆਂ ਚਲਦਿਆਂ ਮਹਾਰਾਜ ਜੀ ਜੰਮੂ ਆਏ ਹਨ। ਭਾਰਤ ਖੰਡ ਦਾ ਸਿਰਾ ਹੈ ਉੱਪਰਲਾ ਜੰਮੂ, ਕਸ਼ਮੀਰ ਦਾ ਇਲਾਕਾ। ਤੋ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਭਾਰਤ ਖੰਡ ਦਾ ਇਲਾਕਾ ਕਹੀਏ। ਤੋ ਜੰਮੂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਏ। ਪਿਖ ਰਮਣੀਕ ਥਾਨ ਤਹ ਏਕੂ। ਕਸ਼ਮੀਰ ਤੇ ਜੰਮੂ ਦੇ ਇਲਾਕੇ 'ਚ ਗੁਰੂ ਨਾਨਕ ਸਾਹਿਬ ਵਿਚਰੇ ਆ। ਜੰਮੂ ਆਏ, ਇੱਥੇ ਇੱਕ ਰਮਣੀਕ ਸਥਾਨ ਸਤਿਗੁਰਾਂ ਨੇ ਵੇਖਿਆ। ਬੈਠ ਗਏ ਤਬ ਜਲਦ ਬਿਬੇਕੂ। ਜਲਦ ਬਿਬੇਕੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ। ਸ਼੍ਰੀ ਅੰਗਦ ਸੁਨ ਕਥਾ ਮਹਾਨੀ। ਏ ਗੁਰੂ ਅੰਗਦ ਦੇਵ ਸਾਹਿਬ ਜੀ ਕਥਾ ਸੁਣੋ। ਆਪ ਜੀ ਭਾਈ ਬਾਲਾ ਜੀ ਸੁਣਾਉਂਦੇ ਨੇ ਕਥਾ।
हे ਗੁਰੂ ਅੰਗਦ ਸਾਹਿਬ ਜੀ ਸੁਣੋ ਆਪ ਜੀ। ਮੁਝ ਸੋ ਬੋਲਤ ਪਿਆ ਸਬਾਨੀ। ਜਦੋਂ ਜੰਮੂ ਆ ਕੇ ਸਤਿਗੁਰੂ ਜੀ ਸੱਜ ਗਏ ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਾਮਵੰਤ ਭਾਲਕ ਜੋ ਭਾਰੀ। ਮਹਾਰਾਜ ਜੀ ਕਹਿੰਦੇ ਬਾਲਾ ਜੀ ਇਹ ਜਿਹੜਾ ਨਗਰ ਹੈ ਨਾ ਜੰਮੂ, ਇੱਥੇ ਇੱਕ ਜਾਮਵੰਤ ਨਾਮ ਦਾ ਭਾਲੂ ਹੋਇਆ ਹੈ। ਉਹ ਭਗਤ ਹੀ ਸੀ ਪਰਮੇਸ਼ਰ ਦਾ, ਉਹਦਾ ਜਿਹੜਾ ਸਰੀਰ ਸੀ ਭਾਲੂਆਂ ਵਰਗਾ ਸੀ। ਹਾਂਜੀ, ਤਿਹ ਕੇ ਨਾਮ ਸੋ ਨਗਰ ਉਚਾਰੀ। ਉਹਦੀ ਗੁਫਾ ਹੈ ਇੱਥੇ ਜੰਮੂ ਵਿੱਚ। ਉਹਦੇ ਜਾਮਵੰਤ ਦੇ ਨਾਂ ਉੱਤੇ ਇਸ ਸ਼ਹਿਰ ਦਾ ਨਾਮ ਪਿਆ ਹੈ ਜੰਮੂ। ਜਿਹੜਾ ਜਾਮਵੰਤ ਹੈ ਉਹਦੀ ਗੁਫਾ ਹੈ ਉੱਥੇ ਦੱਸੀ ਜਾਂਦੀ। ਕਹਿੰਦੇ ਉਹ ਇੱਥੇ ਰਹਿੰਦਾ ਸੀ, ਉਹਦੇ ਨਾਂ ਤੇ ਇਹ ਜਿਹੜਾ ਨਗਰ ਹੈ ਸ਼ਹਿਰ ਹੈ ਵਸਿਆ ਹੈ, ਔਰ ਇਹਦਾ ਨਾਮ ਜੰਮੂ ਉਹਦੇ ਨਾਂ ਤੋਂ ਰੱਖਿਆ ਹੈ। ਵੱਡੀ ਗੁਫਾ ਜਿਸ ਮੈਂ ਤਿਸ ਬਾਸਾ। ਇੱਥੇ ਬੜੀ ਵੱਡੀ ਗੁਫਾ ਹੈ ਜਿਹਦੇ ਚੋਂ ਜਾਮਵੰਤ ਰਹਿੰਦਾ ਸੀ। ਚਿਰੰਕਾਲ ਜੀਵਿਓ ਬਲ ਰਾਸਾ। ਉਹ ਜਾਮਵੰਤ ਬੜਾ ਬਲੀ ਸੀ, ਬੜਾ ਲੰਮਾ ਸਮਾਂ ਜੀਵਿਆ। ਉਹ ਜਾਮਵੰਤ ਬਲਵਾਨ ਬੜਾ ਸੀ ਤੇ ਉਹਦੀ ਉਮਰ ਬੜੀ ਲੰਮੇਰੀ ਉਮਰ ਹੋਈ ਹੈ। ਤ੍ਰੇਤੇ ਯੁੱਗ ਤੋਂ ਲੈ ਕੇ ਦੁਆਪਰ ਯੁੱਗ ਤੱਕ ਦਾ ਸਮਾਂ ਉਹਨੇ ਸ਼੍ਰੀ ਰਾਮ ਜੀ ਦੀ ਵੀ ਦਰਸ਼ਨ ਕੀਤੇ। ਉਸ ਤੋਂ ਬਾਅਦ ਕ੍ਰਿਸ਼ਨ ਭਗਵਾਨ ਨਾਲ ਵੀ ਉਹ ਲੜਾਈ ਵੀ ਹੋਈ, ਕ੍ਰਿਸ਼ਨ ਭਗਵਾਨ ਨਾਲ ਉਹਨਾਂ ਦੀ। ਮਹਾਰਾਜ ਜੀ ਕਹਿੰਦੇ ਉਹ ਬੜੀ ਲੰਮੀ ਆਯੂ ਉਸ ਜਾਮਵੰਤ ਦੀ ਹੋਈ ਹੈ। ਦੋਹਰਾ ਜਬ ਸ਼੍ਰੀ ਬਾਵਨ ਜੀ ਪਏ ਬਲ ਛਲਨੇ ਕੇ ਹੇਤ। ਕਹਿੰਦੇ ਭਗਵਾਨ 52 ਜੀ ਹੋਏ ਨਾ, 52 ਅਵਤਾਰ ਹੋਇਆ ਰਾਜੇ ਬਲ ਨੂੰ ਛਲਣ ਵਾਸਤੇ, ਕਿ ਰਾਜਾ ਬਲ ਯੱਗ ਕਰ ਰਿਹਾ ਸੀ। ਗੁਰਬਾਣੀ ਵਿੱਚ ਇਹ ਉਦਾਹਰਣ ਆਉਂਦੀ ਹੈ, ਅਜਹੂ ਬਲ ਕੇ ਦੁਆਰ ਕਰੋ। ਰਾਜਾ ਬਲ ਬੜਾ ਵੱਡਾ ਯੱਗ ਕਰਦਾ ਸੀ। ਭਗਵਾਨ ਜੀ ਨੇ ਬੌਣਾ ਜਿਹਾ ਰੂਪ ਬਣਾਇਆ ਤੇ ਪ੍ਰਗਟ ਹੋਏ। ਆਖਿਆ ਰਾਜਾ ਬਲ ਸਾਨੂੰ ਪਹਿਲਾਂ ਦਾਨ ਕਰ। ਕਹਿੰਦੇ ਦੱਸੋ। ਰਾਜੇ ਬਲ ਦਾ ਗੁਰੂ ਸੀ, ਉਹ ਕਹਿਣ ਲੱਗਾ ਵੀ ਇਹ ਬੰਦਾ ਮੈਨੂੰ ਠੀਕ ਨਹੀਂ ਪਿਆ ਜਾਪਦਾ, ਤੈਨੂੰ ਛੜਨ ਆਇਆ ਬਲ, ਤੂੰ ਇਹਨੂੰ ਦਾਨ ਕਰਨ ਵਾਸਤੇ ਚੂੜਾ ਨਾ ਦੇ। ਉਹ ਕਹਿੰਦਾ ਵੀ ਮੈਂ ਰਾਜਾ ਹਾਂ, ਮੈਂ ਤਾਂ ਦਾਨ ਕਰਾਂਗਾ, ਹੁਣ ਇਹਨਾਂ ਬਚਨ ਹੋ ਗਿਆ। ਉਹ ਕੀ ਕੀਤਾ, ਰਾਜੇ ਬਲ ਦੇ ਗੁਰੂ ਨੇ ਨਾ ਇੱਕ ਕਿਣਕੇ ਦਾ ਰੂਪ ਬਣਾ ਲਿਆ ਤੇ ਉਹ ਚੂੜਾ ਦਿੰਦੇ ਹੁੰਦੇ ਨਾ, ਚੂੜਾ ਦੇ ਕੇ ਤੇ ਇਦਾਂ ਪ੍ਰਣ ਕਰਾਉਂਦੇ ਆ ਵੀ ਆਹ ਚੀਜ਼ ਦਾਨ ਕੀਤੀ। ਉਹ ਜਿਹੜਾ ਗੜਵਾ ਸੀ ਉਹਦੇ ਅੱਗੇ ਛੇਕ ਜਿਹਾ ਹੁੰਦਾ, ਉਹਦੇ ਵਿੱਚ ਪਾਣੀ ਜਿੱਚੋਂ ਨਿਕਲਦਾ। ਜਿਹੜਾ ਗੁਰੂ ਸੀ ਇਹਦਾ ਉਹ ਛੇਕ ਦੇ ਵਿੱਚ ਆ ਕੇ ਅੜ ਗਿਆ, ਤਿਣਕਾ ਬਣ ਕੇ, ਵੀ ਪਾਣੀ ਨਾ ਨਿਕਲੇ। ਉਹ ਜ਼ੋਰ ਦੇ ਨਾਲ ਮਾਰ ਕੇ ਉਹਨੂੰ ਬਾਹਰ ਕੱਢਿਆ। ਫਿਰ 52 ਨੂੰ ਜਦੋਂ ਚੂੜਾ ਦੇਣ ਲੱਗੇ, ਕਹਿੰਦੇ ਮੰਗੋ ਜੀ। ਕਹਿੰਦਾ 2.5 ਕਰੂੰ ਜ਼ਮੀਨ ਚਾਹੀਦੀ ਹੈ। 2 ਕਰਾਂ ਦੇ ਵਿੱਚ ਕਰਮਾਂ 'ਚ ਸਾਰੀ ਪ੍ਰਕਿਰਤੀ ਜਿਹੜੀ ਸੀ ਤ੍ਰਿਲੋਕੀ ਮਾਪ ਲਈ ਭਗਵਾਨ ਨੇ ਏਡਾ ਵੱਡਾ ਰੂਪ ਬਣਾ ਲਿਆ। ਕਹਿੰਦੇ ਹੁਣ ਅੱਧਾ ਕਰੂੰ ਰਹਿੰਦਾ। ਬਲ ਕਹਿੰਦਾ ਹੁਣ ਤਾਂ ਮੇਰਾ ਇਹ ਸਰੀਰ ਪਿੱਛੇ ਹੈ ਤੇ ਹੁਣ ਇਹਦੇ ਤੇ ਪੂਰਾ ਕਰ ਲਓ। ਜਦੋਂ ਛਾਤੀ ਤੇ ਪੈਰ ਧਰਿਆ ਤੇ ਪਤਾਲ 'ਚ ਧਸਾ ਦਿੱਤਾ ਥੱਲੇ। ਆਖਿਆ ਤੈਨੂੰ ਪਤਾਲ ਦਾ ਰਾਜ ਦਿੱਤਾ। ਕਹਿੰਦੇ ਰਾਜ ਤਾਂ ਦੇਣ ਲੱਗੇ ਹੋ, ਪਰ ਹੁਣ ਮੈਂ ਦਾਨ ਦਿੱਤਾ ਤੇ ਤੁਹਾਡਾ ਵੀ ਫਰਜ਼ ਬਣਦਾ ਵੀ ਮੈਨੂੰ ਦਾਨ ਦਿਓ। ਕਹਿੰਦੇ ਮੇਰੇ ਦਰਵਾਜ਼ੇ ਦੇ ਉੱਤੇ ਪਹਿਰਾ ਦੇਣਾ ਪਵੇਗਾ, ਪਹਿਰੇਦਾਰ ਬਣ ਕੇ। ਉਹ ਬਚਨ ਕੀਤਾ, ਦਰਵਾਜ਼ੇ ਤੇ ਖਲੋਤੇ। ਤੋਂ 52 ਜੀ ਦਾ ਅਵਤਾਰ ਹੋਇਆ। ਜਦੋਂ 52 ਜੀ ਦਾ ਅਵਤਾਰ ਹੋਇਆ ਸੀ, 3 ਲੋਕ ਦਵੈ ਕਰਮ ਕਰ ਮਾਪੇ ਕਿਰਪਾ ਨਿਕੇਤ। 52 ਭਗਵਾਨ ਜੀ ਨੇ ਤਿੰਨੇ ਲੋਕ ਆਪਣੇ ਪੈਰਾਂ ਦੀਆਂ 2 ਕਰਮਾਂ ਦੇ ਨਾਲ ਹੀ ਮਾਪ ਲਏ। ਚੌਪਈ 2100 ਇਨ ਪਰ ਦਛਨ ਦੀਨੀ। ਕਹਿੰਦੇ ਏਡਾ ਵੱਡਾ ਆਕਾਰ ਸੀ ਵੀ 2 ਪੈਰਾਂ ਵਿੱਚ 2 ਕਰਮਾਂ ਦੇ ਵਿੱਚ ਤਿੰਨੇ ਲੋਕ ਮਾਪ ਲਏ। ਏਡਾ ਵੱਡਾ ਆਕਾਰ ਕਰ ਲਿਆ 52 ਭਗਵਾਨ ਨੇ। ਇਹ ਜਾਮਵੰਤ, ਇਹਨੇ ਉਹ ਵੇਖੋ ਕਿੱਡਾ ਵੱਡਾ ਸੀ ਭਗਵਾਨ ਦਾ ਆਕਾਰ, ਜਿਹਨੇ 2 ਕਰੂਆਂ 'ਚ ਜ਼ਮੀਨ ਸਾਰੀ ਤ੍ਰਿਲੋਕੀ ਮਾਪ ਲਈ। ਜਾਮਵੰਤ ਨੇ 52 ਭਗਵਾਨ ਦੀਆਂ 21 ਪਰਿਕਰਮਾ ਕੀਤੀਆਂ ਸੀ ਚਾਰੇ ਪਾਸੇ ਘੁੰਮ। ਯਾਨੀ ਕਿ ਫਿਰ ਇਹ ਕਿੱਡਾ ਬਲੀ ਹੋਵੇਗਾ ਜਿਹਨੇ ਏਡੇ ਵੱਡੇ ਆਕਾਰ ਵਾਲੇ ਭਗਵਾਨ 52 ਦੀਆਂ 21 ਪਰਿਕਰਮਾ। ਇਹ ਪੁਰਾਣਕ ਮੱਤ ਹੈ, ਪੁਰਾਣਾਂ ਵਿੱਚ ਇਹ ਕਥਾਵਾਂ ਸਾਰੀਆਂ ਮਿਲਦੀਆਂ ਨੇ। ਗੁਰੂ ਪਾਤਸ਼ਾਹ ਜਾਣਕਾਰੀ ਦੇ ਰਹੇ ਆ ਸਾਨੂੰ ਵੀ ਇਹ ਇਦਾਂ ਦੀ ਪੁਰਾਣਕ ਕਥਾ ਹੈ। ਸਹਿਮਤੀ ਹੋਣੀ ਨਾਲ ਮਹਾਰਾਜ ਜੀ ਦੀ ਜ਼ਰੂਰੀ ਨਹੀਂ, ਕੇਵਲ ਦੱਸ ਰਹੇ ਨੇ ਵੀ ਇਹ ਇੱਥੋਂ ਦਾ ਪ੍ਰਚਲਨ ਹੈ। ਇਦਾਂ ਇਹਦੇ ਬਾਰੇ ਦੱਸਿਆ ਜਾਂਦਾ ਜਾਮਵੰਤ ਬਾਰੇ।
ਤੋ ਜਾਮਵੰਤ ਨੇ 21 ਪ੍ਰਕਰਮਾਂ ਜਿਹੜੀਆਂ ਸੀ ਉਹ ਕੀਤੀਆਂ। ਏਕ ਮਹੂਰਤ ਮੈਂ ਕਰ ਲੀਨੀ। ਤੇ ਹੈਰਾਨ ਹੋਵੋਗੇ ਕਿੰਨੇ ਚਿਰ ਚ ਕੀਤੀਆਂ? ਕੇਵਲ ਇੱਕ ਮਹੂਰਤ ਵਿੱਚ, ਯਾਨੀ ਕਿ 2-2.5 ਘੜੀਆਂ ਦੇ ਸਮੇਂ ਵਿੱਚ ਹੀ 21 ਪ੍ਰਕਰਮਾਂ ਪੂਰਨ ਕੀਤੀਆਂ। ਮਹਾਬਲੀ ਸੋ ਬੇਗ ਵੱਡ ਜਾਮੈ। ਕਹਿੰਦੇ ਬੜਾ ਮਹਾਬਲੀ ਸੀ ਜਾਮਵੰਤ, ਜਿਹਦੇ ਸਰੀਰ 'ਚ ਬੜਾ ਭਾਰੀ ਵੇਗ ਤੇ ਬਲ ਸੀ। ਏਤੋ ਬਲ ਕਹੀਏ ਕਹੋ ਕਾਮੈ। ਮਹਾਰਾਜ ਜੀ ਕਹਿੰਦੇ ਏਡਾ ਬਲੀ ਸੀ ਵੀ ਕਿਹਦੇ ਬਾਰੇ ਦਸੀਏ, ਇੰਨਾ ਬਲ ਕਿਹਦੇ 'ਚ ਹੋਵੇਗਾ। ਪੁਨ ਸ੍ਰੀ ਰਾਮਚੰਦ ਜਗ ਹੋਏ। ਕਹਿੰਦੇ ਤ੍ਰੇਤੇ ਯੁੱਗ 'ਚ ਭਗਵਾਨ ਰਾਮਚੰਦਰ ਜੀ ਹੋਏ, ਜਿਨ ਨਿਜ ਭਗਤਨ ਕੇ ਦੁਖ ਖੋਏ। ਰਾਮਚੰਦਰ ਜੀ ਨੇ ਵੀ ਆਪਣੇ ਭਗਤਾਂ ਨੂੰ ਤਾਰਿਆ। ਜਿਨ ਕੇ ਸੰਗ ਲੰਕ ਮਹਿ ਗਇਓ। ਜਾਮਵੰਤ ਜਦੋਂ ਰਾਮ ਜੀ ਲੜੇ ਨੇ ਨਾ ਲੰਕਾ ਜਾ ਕੇ, ਤੇ ਉਹਨਾਂ ਵੱਲੋਂ ਮਦਦ ਕਰਨ ਵਾਸਤੇ ਉੱਥੇ ਨਾਲ ਗਿਆ। ਅਧਿਕ ਜੁਧ ਤੈ ਹੋਵਤ ਭਇਓ। ਉੱਥੇ ਬੜਾ ਵੱਡਾ ਯੁੱਧ ਹੋਇਆ ਰਾਵਣ ਨਾਲ। ਕਰਿਓ ਪਰਾਕਰਮ ਰਣ ਮਹਿ ਭਾਰੀ। ਤੇ ਜਾਮਵੰਤ ਉਸ ਜੰਗ ਦੇ ਮੈਦਾਨ ਵਿੱਚ ਵੀ ਬੜੇ ਬਲ ਨਾਲ ਲੜਦਾ ਰਿਹਾ। ਹਤੇ ਨਿਸ਼ਾਚਰ ਅਤ ਬਲਕਾਰੀ। ਬੜੇ ਬੜੇ ਨਿਸ਼ਾਚਰ ਦਾਨਵ ਮਾਰੇ। ਦੁਆਪੁਰ ਭਏ ਕ੍ਰਿਸ਼ਨ ਅਵਤਾਰਾ। ਫਿਰ ਦੁਆਪਰ ਯੁੱਗ ਆ ਗਿਆ, ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ। ਧਰਨੀ ਹੇਤ ਨਿਵਾਰਨ ਭਾਰਾ। ਉਹ ਵੀ ਆਏ ਧਰਨੀ ਦੇ ਉੱਤੇ ਧਰਮ ਦੀ ਗਿਲਾਨੀ ਵੇਖ ਕੇ। ਮਨ ਖੋਜਨ ਹਿਤ ਚੱਲ ਕੇ ਆਏ। ਇੱਕ ਮਣੀ ਸੀ, ਉਸ ਮਣੀ ਨੂੰ ਖੋਜਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਚੱਲ ਕੇ ਇਸ ਪਾਸੇ ਜੰਮੂ ਦੇ ਇਲਾਕੇ ਵਿੱਚ ਆਏ। ਜਾਮਵੰਤ ਦੇਖਿਓ ਇਹ ਥਾਏ। ਉਹ ਮਣੀ ਦਾ ਨਾਮ ਸੀ ਸਮੰਤਕ ਮਣੀ। ਉਹ ਸਮੰਤਕ ਮਣੀ ਜਦੋਂ ਇੱਥੇ ਆਏ ਤੇ ਜਾਮਵੰਤ ਇੱਥੇ ਸੀ। ਉਹ ਜਦੋਂ ਕ੍ਰਿਸ਼ਨ ਜੀ ਨੂੰ ਮਿਲਿਆ, ਲੱਗੇ ਕਰਨ ਮਿਲ ਕੇ ਸੰਗਰਾਮਾ। ਉਹ ਮਣੀ ਸਮੰਤਕ ਜਾਮਵੰਤ ਕੋਲ ਸੀ, ਕ੍ਰਿਸ਼ਨ ਜੀ ਨੇ ਲੈਣੀ ਸੀ ਤੇ ਜਾਮਵੰਤ ਕਹਿੰਦਾ ਮੈਂ ਨਹੀਂ ਦਿੰਦਾ। ਲੜਾਈ ਹੋਈ ਫਿਰ ਦੋਨਾਂ ਦੀ, ਕ੍ਰਿਸ਼ਨ ਜੀ ਤੇ ਜਾਮਵੰਤ ਦੀ। ਦੁੰਦ ਯੁੱਧ ਅਤਿਸ਼ੈ ਬਲ ਧਾਮਾ। ਦੋਨਾਂ ਦਾ ਬੜਾ ਯੁੱਧ ਹੋਇਆ। ਹੁਣ ਕ੍ਰਿਸ਼ਨ ਜੀ ਵੀ ਦੁਆਪਰ ਦੇ ਅਵਤਾਰ ਸੀ, ਜਾਮਵੰਤ ਵੀ ਬੜਾ ਬਲਵਾਨ ਸੀ। ਨਹੀਂ ਪਰਾਜੈ ਕਿਸ ਦਿਸ਼ ਹੋਈ। ਦੋਹਾਂ ਪਾਸਿਓਂ ਕਿਸੇ ਦੀ ਹਾਰ ਨਾ ਹੋਈ, ਨਾ ਕ੍ਰਿਸ਼ਨ ਜੀ ਦੀ ਨਾ ਜਾਮਵੰਤ ਦੀ। ਲੜੀ ਚਲੇ ਗਏ। ਦਿਵਸ ਅਸ਼ਟ ਬਿਨਸਤ ਭਟ ਦੋਈ। 8 ਦਿਨ ਲੜਦੇ ਰਹੇ। ਹਾਂਜੀ, ਲੜਤਿਓ ਜਬੈ ਵਿਜੈ ਨਹਿ ਪਾਵਾ। ਜਦੋਂ ਲੜਦਿਆਂ ਵਿਜੇ ਨਹੀਂ ਹੋਈ ਭਗਵਾਨ ਕ੍ਰਿਸ਼ਨ ਜੀ ਦੀ, ਰਾਮ ਬੇਕ ਸ਼੍ਰੀ ਕ੍ਰਿਸ਼ਨ ਬਨਾਵਾ। ਕ੍ਰਿਸ਼ਨ ਜੀ ਨੇ ਫਿਰ ਰਾਮ ਦਾ ਰੂਪ ਬਣਾ ਲਿਆ ਵੀ ਮੈਂ ਤ੍ਰੇਤੇ ਯੁੱਗ ਵਾਲਾ ਹੀ ਹਾਂ। ਹੁਣ 16 ਕਲਾ ਲੈ ਕੇ ਆਇਆ, ਉਦੋਂ 14 ਕਲਾ ਸਨ। ਤੋ ਰਾਮ ਦਾ ਰੂਪ ਜਿਹੜਾ ਸੀ ਉਹ ਕ੍ਰਿਸ਼ਨ ਜੀ ਨੇ ਬਣਾ ਲਿਆ। ਦੋਹਰਾ ਦੇਖ ਰੂਪ ਸ਼੍ਰੀ ਰਾਮ ਕੋ ਤਤ ਛਿਨ ਪਗ ਲਪਟਾਏ। ਹੁਣ ਜਾਮਵੰਤ ਰਾਮ ਜੀ ਦਾ ਭਗਤ ਸੀ, ਉਹਨੇ ਵੇਖਿਆ ਇਹਦਾ ਰਾਮ ਜੀ ਨੇ, ਉਸੇ ਵੇਲੇ ਚਰਨਾਂ ਤੇ ਟਹਿ ਪਿਆ, ਨਮਸਕਾਰ ਕਰ ਦਿੱਤੀ ਕ੍ਰਿਸ਼ਨ ਜੀ ਨੂੰ। ਮਨ ਤਨੁ ਜਾਤ ਦੇ ਆਪਣੀ ਭੂਲ ਲਈ ਬਖਸ਼ਾ। ਫਿਰ ਆਪਣੀ ਲੜਕੀ ਵਿਆਹੀ ਬਕਾਇਦਾ ਭਗਵਾਨ ਕ੍ਰਿਸ਼ਨ ਜੀ ਕੋਲ, ਔਰ ਉਹ ਜਿਹੜੀ ਸਮੰਤਕ ਮਣੀ ਸੀ ਉਹ ਭੇਟ ਕੀਤੀ। ਜਾਓ ਪਈ ਤਬ ਸ਼੍ਰੀ ਕ੍ਰਿਸ਼ਨ ਦਵਾਰਕਾ ਗਇਓ। ਫਿਰ ਕ੍ਰਿਸ਼ਨ ਜੀ ਦਵਾਰਕਾਪੁਰੀ ਆਏ। ਜਾਮਵੰਤ ਤੇ ਜੰਮੂ ਭਇਓ। ਏਦਾਂ ਉਹ ਜਾਮਵੰਤ ਹੋਇਆ। ਮਹਾਰਾਜ ਕਹਿੰਦੇ ਪੁਰਾਣਾ ਚ ਏਦਾਂ ਲਿਖਿਆ ਉਹਦੇ ਬਾਰੇ, ਇਸ ਬਿਦ ਉਹਦੇ ਨਾਂ ਤੇ ਜੰਮੂ ਸ਼ਹਿਰ ਹੈ। ਇਸ ਬਿਦ ਕਰਤਿਓ ਬਚਨ ਬਿਲਾਸਾ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਬਿਲਾਸ ਕਰ ਰਹੇ ਸਨ। ਦਿਵਸ ਬਿਤਾਏ ਦਵੈ ਸੁਖ ਰਾਸਾ। 2 ਦਿਨ ਮਹਾਰਾਜ ਜੀ ਨੇ ਉੱਥੇ ਇਸੇ ਤਰ੍ਹਾਂ ਬਤੀਤ ਕਰ ਦਿੱਤੇ। ਗੁਰ ਮਿਲ ਕੇ ਤਿਕ ਨਰ ਹਰ ਖਾਏ। ਬਹੁਤ ਸਾਰੇ ਪ੍ਰਾਣੀ ਮਹਾਰਾਜ ਜੀ ਕੋਲ ਆਏ ਤੇ ਪ੍ਰਸੰਨ ਹੋਏ। ਜਾਏ ਭੂਪ ਟਿਗ ਬੈਨ ਸੁਨਾਏ। ਜਿਨ੍ਹਾਂ ਨੇ ਜਾ ਕੇ ਜੰਮੂ ਦੇ ਰਾਜੇ ਨੂੰ ਮਹਾਰਾਜ ਜੀ ਦੀ ਆਮਦ ਬਾਰੇ ਦੱਸਿਆ। ਵਹਿਰ ਤਪਾ ਸ਼੍ਰੀ ਨਾਨਕ ਆਵਾ। ਆਖਿਆ ਜੀ ਬਾਹਰ ਇੱਕ ਤਪਾ ਗੁਰੂ ਨਾਨਕ ਨਾਮ ਦਾ ਤਪਾ ਆਇਆ ਹੈ, ਜਿਸ ਕੋ ਜਸ ਜਗ ਮੈਂ ਬਹੁ ਛਾਵਾ। ਜਿਨ੍ਹਾਂ ਦਾ ਜਸ ਸਾਰੇ ਜਗਤ ਵਿੱਚ ਛਾਇਆ ਹੋਇਆ ਹੈ। ਸੁਨਤ ਲਗਨ ਪਗ ਤੂਰਨ ਧਾਇਓ। ਰਾਜਾ ਨੰਗੇ ਪੈਰੀ ਦੌੜ ਕੇ ਆਇਆ, ਤਮ ਬਹੁਤ ਉਪਾਇਨ ਲਿਆਇਓ। ਭੇਟਾਵਾਂ ਲੈ ਕੇ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ। ਦੀਨ ਹੋਏ ਪਦ ਬੰਧਨ ਕੀਨੀ। ਦੀਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਬਿਨੈ ਭਨੀ ਭੇਟੈ ਧਰ ਦੀਨੀ। ਔਰ ਸਤਿਗੁਰਾਂ ਨੂੰ ਬੇਨਤੀ ਕਰਕੇ ਭੇਟਾ ਅਰਪਣ ਕੀਤੀ। ਤੋਹਰਾ ਪੂਰਨ ਸ਼੍ਰੀ ਸਤਿਗੁਰ ਤੂੰ ਹੀ ਦੀਜੈ ਨਿਜ ਉਪਦੇਸ਼। ਰਾਜਾ ਜੰਮੂ ਕਹਿਣ ਲੱਗਾ ਮਹਾਰਾਜ ਤੁਸੀਂ ਪੂਰਨ ਸਤਿਗੁਰੂ ਹੋ, ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ। ਕਹੀ ਚਰਨ ਕੀ ਸ਼ਰਨ ਮੈਂ ਸਿੱਖ ਕਰੋ ਜਗਤੇਸ਼। ਮਹਾਰਾਜ ਜੀ ਮੈਂ ਤੁਹਾਡਾ ਸਿੱਖ ਹੋਵਾਂ, ਹੈ ਜਗਤ ਦੇ ਈਸ਼ਵਰ ਸਤਿਗੁਰੂ, ਤੁਹਾਡੇ ਚਰਨਾਂ ਦੀ ਮੈਂ ਸ਼ਰਨ ਗ੍ਰਹਿਣ ਕੀਤੀ ਹੈ। ਜੰਮੂ ਦੇ ਰਾਜੇ ਨੂੰ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, ਔਰ ਵਣਜਾਰਿਆਂ ਨੂੰ ਉਪਦੇਸ਼ ਦੇ ਰਹੇ ਨੇ, ਸ਼ਬਦ ਉਚਾਰਨ ਕਰ ਰਹੇ ਨੇ।
ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੇਨਤੀ ਹੈ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਉਹਨਾਂ ਦੀ ਸਾਲਾਨਾ ਨਿੱਘੀ ਮਿੱਠੀ ਯਾਦ 1 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਵਿੱਚ ਸਵੇਰੇ 9:30 ਤੋਂ 11:30 ਵਜੇ ਤੱਕ ਮਨਾਈ ਜਾਵੇਗੀ। ਕੱਲ ਧੁਰਕੀ ਬਾਣੀ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। 1 ਤਰੀਕ ਨੂੰ ਸਵੇਰੇ 9 ਵਜੇ ਨਾਲ ਭੋਗ ਪਾਣ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ। ਸਜੇ ਹੋਏ ਦੀਵਾਨਾਂ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸ਼ੌਕੀਨ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨਗੇ। ਉਪਰੰਤ ਸ਼ਹੀਦਾਂ ਦੀ ਮਹਾਨ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਉਹ ਕਥਾ ਦੀ ਹਾਜ਼ਰੀ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ 1 ਤਰੀਕ ਨੂੰ ਸਵੇਰੇ 9 ਤੋਂ 11:30 ਵਜੇ ਤੱਕ ਸਾਜਰੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਜਸ ਸਰਵਣ ਕਰਕੇ ਗੁਰੂ ਰਾਮਦਾਸ ਸਾਹਿਬ ਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ